ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਵੈਲਕਮ ਜਲ ਸਾਹਿਬ, ਵੈਰੀ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਜੀ ਚਾਵਲਾ ਜੀ, ਤੁਹਾਨੂੰ ਆਪਣੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਜੀ। ਮਿਹਰਬਾਨੀ। ਕੀ ਹਾਲ ਚਾਲ? ਠੀਕ ਠਾਕ? ਬਸ ਜੀ ਚੜ੍ਹਦੀ ਕਲਾ, ਥੈਂਕ ਯੂ। ਚੰਗਾ ਲੱਗਾ ਤੁਹਾਨੂੰ ਸੁਣ ਕੇ ਕਰਤੇ ਤੋਂ ਬਾਅਦ। ਸੇਮ ਹੇਅਰ ਸਰ, ਸੇਮ ਹੇਅਰ। ਅਰਸ਼ਨੀ ਗਏ ਨੇ ਜੀ ਵੈਕੇਸ਼ਨ ਮਾਰਨ, ਸੋ ਅਸੀਂ ਲਾਵਾਂਗੇ ਹੁਣ ਜੋਤਾ ਸੱਤੇ ਦਿਨ ਤੇ ਫਿਰ ਆਪਾਂ ਵੈਕੇਸ਼ਨ ਮਾਰਾਂਗੇ। ਵੌਇਸ ਆਫ ਸਿਟੀ 3020 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਦੋਸਤੋ, ਤੁਹਾਡਾ ਕੋਈ ਕੁਐਸਚਨ ਹੋਵੇ 905 813 1320 905 813 1320। ਪਹਿਲਾਂ ਆਪਾਂ ਬੇਨਤੀ ਕਰ ਲਈਏ, ਕੱਲ੍ਹ ਜਗਤ ਬਾਬਾ ਨਾਨਕ ਮਹਾਰਾਜ ਦਾ ਆਗਮਨ ਪੁਰਬ ਵਿਸ਼ਵ ਭਰ ਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਜਿੱਥੇ ਵੀ ਅਸੀਂ ਬੈਠੇ ਹਾਂ ਉੱਥੇ ਜਿਹੜਾ ਹੈ ਹਰ ਤਰੀਕੇ ਦੇ ਨਾਲ, ਹਰ ਐਂਗਲ ਤੋਂ ਜਿਹੜੀਆਂ ਨੇ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਣਗੀਆਂ। ਕੱਲ੍ਹ ਮੈਂ ਕਿ ਸਾਡੇ ਵੀਰ ਨੇ ਬਾੜ ਸਾਹਿਬ ਦੀ ਕੋਟੇਸ਼ਨ ਕਿਸੇ ਦੀ ਉਹਨਾਂ ਨੇ ਸ਼ੇਅਰ ਕੀਤੀ, ਬੜੀ ਅੱਛੀ ਲੱਗੀ ਕਿ ਜਿੱਥੇ ਮਰਜ਼ੀ ਚੱਲ ਜਾਈਏ, ਜੇ ਬਾਬੇ ਦੇ ਉਪਦੇਸ਼ਾਂ ਨੂੰ ਹਿਰਦੇ ਵਿੱਚ ਨਹੀਂ ਨਾ ਵਸਾਇਆ ਤੇ ਫਿਰ ਇਹ ਗੁਰਪੁਰਬ ਮਨਾਉਣੇ ਫਿਰ ਕਿਸੇ ਸਾਰਥਕ ਨਹੀਂ, ਫਿਰ ਕਰਮਕਾਂਡ ਵਾਂਗੂ ਹੀ ਆ। ਫਿਰ ਤਾਂ ਬਸ ਉਵੇਂ ਹੀ ਆ ਕਿ ਜਿਵੇਂ ਤੁਸੀਂ ਕਿਸੇ ਮੇਲੇ ਦੇ ਚੱਲ ਕੇ ਬਸ, ਹੈ ਨਾ ਜੀ। ਦੇਖੋ ਵੀ ਆਪਾਂ ਦੇਖਦੇ ਹਾਂ ਵੀ ਆਪਾਂ ਮੋਮਬੱਤੀਆਂ ਨਾਲ ਜਿਹੜੀਆਂ ਲੜੀਆਂ ਨਾਲ, ਫਿਰ ਆ ਗਿਆ ਜੀ ਉਸ ਤੋਂ ਪਹਿਲਾਂ ਦੀਵਿਆਂ ਨਾਲ, ਹਾਂਜੀ ਵੀ ਬਹੁਤ ਆਪਾਂ ਬਾਹਰ ਪ੍ਰਕਾਸ਼ ਕਰ ਸਕਦੇ ਹਾਂ। ਪਰ ਬਾਬਾ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਸੰਦੇਸ਼ ਆ ਨਾ, ਉਹ ਇਹ ਕਹਿ ਰਹੇ ਆ ਵੀ ਜੇ ਕਿਤੇ ਪ੍ਰਕਾਸ਼ ਕਰਨ ਦੀ ਲੋੜ ਆ ਤੇ ਉਹ ਸਾਡੇ ਆਪਣੇ ਅੰਦਰ ਆ, ਹਿਰਦੇ ਚ ਅੰਦਰ ਕਰਨਾ ਸ਼ਬਦ ਗੁਰੂ ਦੇ ਗਿਆਨ ਦਾ ਪ੍ਰਕਾਸ਼ ਜੀ। ਬਿਲਕੁਲ। ਸੋ ਜਿਹੜੇ ਦਿਮਾਗ ਵਿੱਚ ਉਹ ਪ੍ਰਕਾਸ਼ ਕਰ ਲਿਆ ਤੇ ਬਾਹਰ ਜੇ ਰੋਸ਼ਨੀ ਤੁਸੀਂ ਨਾ ਵੀ ਕੀਤੀ ਤੇ ਚੱਲ ਜਾਏਗਾ, ਕਿਉਂਕਿ ਇਹ ਧਰਤੀ ਦੇ ਮਨੁੱਖ ਜੀਵਨ ਵਾਸਤੇ ਉਹ ਦਿਮਾਗਾਂ ਦੇ ਡਾਕਟਰ ਸਾਹਿਬ ਆਵਾਜ਼ ਕੱਟ ਕੇ ਆਉਣਾ ਜੀ। ਹਾਂ, ਹੁਣ ਠੀਕ ਹੈ। ਸੋ ਵੀ ਜੇ ਕੋਈ ਖਤਰਨਾਕ ਹਨੇਰਾ ਹੈਗਾ ਤੇ ਉਹ ਦਿਮਾਗਾਂ ਦੇ ਵਿੱਚ ਅਗਿਆਨਤਾ ਦਾ ਹਨੇਰਾ ਆ, ਨਾ ਕਿ ਬਾਹਰਲਾ ਹਨੇਰਾ। ਬਾਹਰਲਾ ਹਨੇਰਾ ਤੇ ਚਲੋ ਕਿੰਨੇ ਸਾਧਨ ਕੱਢ ਲਏ ਆ ਉਹਨੂੰ ਦੂਰ ਕਰਨ ਦੇ ਨਾ ਜੀ, ਪਰ ਕੀ ਉਹਦੇ ਨਾਲ ਜਿਹੜੀਆਂ ਸਮੱਸਿਆਵਾਂ ਖਤਮ ਹੋ ਗਈਆਂ? ਨਹੀਂ, ਹੋਰ ਉਲਝਣਾ ਵੱਧਦੀਆਂ ਜਾਂਦੀਆਂ। ਦਾ ਮਤਲਬ ਇਹ ਆ ਵੀ ਅਸੀਂ ਅੰਦਰੋਂ ਹਨੇਰੇ ਕਾਇਮ ਰੱਖੇ ਹੋਏ ਨੇ। ਬਿਲਕੁਲ। ਉਹ ਕਾਇਮ ਉਦੋਂ ਵੀ ਰੱਖਦੇ ਆ ਜਦੋਂ ਅਸੀਂ ਦੋ ਅਟੈਚੀ ਚੁੱਕ ਕੇ ਤੁਰਦੇ ਆ ਵੀ ਹੁਣ ਧਰਤੀ ਬਦਲ ਲਈਏ, ਇੱਥੇ ਨਹੀਂ ਸਾਡਾ ਗੁਜ਼ਾਰਾ ਚੱਲਣਾ, ਚੱਲੀਏ ਨਵੀਂ ਜਗ੍ਹਾ ਤੇ ਨਵੀਂ ਜਗ੍ਹਾ ਤੇ ਵੀ ਜਾ ਕੇ ਜਦੋਂ ਜੀਵਨ ਉਹੀ ਆ, ਦਾ ਮਤਲਬ ਵੀ ਉਹਨਾਂ ਹਨੇਰਿਆਂ ਦੀਆਂ ਘੁੰਮਣ ਘੇਰੀਆਂ ਦੇ ਵਿੱਚ ਕਿਤੇ ਨਾ ਕਿਤੇ ਉਹੀ ਆਪਣੀਆਂ ਦਿਮਾਗੀ ਜੀਵਨ ਦੀ ਵੀ ਉਹ ਸਿਰਜਣ ਦੀ ਕੋਸ਼ਿਸ਼ ਹੈ, ਪਰ ਉਹ ਸਿਰਜਣ ਦੀ ਬਜਾਏ ਤਬਾਹੀ ਹੁੰਦਾ ਜਾ ਰਿਹਾ। ਸੂਈ ਉੱਥੇ ਹੀ ਹੈ। ਦੀਵੇ ਤਲੇ ਅੰਧੇਰੇ ਵਾਲੀ ਗੱਲ ਵੇਖਦੇ ਆ ਜੀ। ਕਈਆਂ ਥਾਵਾਂ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਨਾਨਕ ਮਹਾਰਾਜ ਜਿਹੜੀ ਆਰਤੀ ਕੀਤੀ ਆ ਨਾ, ਉਹ ਆਰਤੀ ਦਾ ਜੇਕਰ ਵਿਆਖਿਆ ਕਰਕੇ ਸੁਣਾਈ ਜਾਵੇ, ਉਹ ਆਰਤੀ ਜੇਕਰ ਹਿਰਦੇ 'ਚ ਵਸਾਈ ਜਾਵੇ ਤਾਂ ਉਹ ਆਰਤੀ ਮਤਲਬ ਜਿਹੜੀ ਡਿਫਰੈਂਟ, ਉਹਦੀ ਮੀਨਿੰਗ ਡਿਫਰੈਂਟ। ਪਰੰਤੂ ਸਾਡੇ ਗੁਰੂ ਘਰਾਂ ਦੇ ਵਿੱਚ ਵੀ ਜਿਵੇਂ ਤੁਸੀਂ ਦੀਵੇ ਬਾਲਣ ਤੋਂ ਗੱਲ ਚੱਲੀ, ਅਤੇ ਦੀਵੇ ਬਾਲ ਕੇ ਐਨ ਬੱਟੀਆਂ ਪਾ ਕੇ ਦੇਸੀ ਘਿਓ ਦੇ ਨਾਲ ਜਿਹੜੀ ਆਰਤੀ ਕੀਤੀ ਜਾਂਦੀ, ਉਹ ਬਾਬੇ ਦੇ ਉਹਨਾਂ ਉਪਦੇਸ਼ਾਂ ਨੂੰ ਸ਼ਰੇਆਮ ਸਾਡੇ ਕੌਮ ਦੇ ਸੋ ਕਾਲਡ ਜਿਹੜੇ ਆਗੂ ਜਥੇਦਾਰ ਜਿਹੜੇ ਨੇ ਉਹ ਚੜਾ ਰਹੇ ਹੁੰਦੇ ਨੇ ਕਿ ਬਾਬਾ ਤੂੰ ਸਾਨੂੰ ਇੱਧਰ ਨੂੰ ਤੋਰਿਆ ਸੀ, ਅਸੀਂ ਉੱਥੇ ਦੇ ਉੱਥੇ ਹੀ ਹਾਂ ਜਿੱਥੇ ਤੂੰ ਖਲੋਤਾ ਸੀ, ਅਸੀਂ ਉਹਦੇ ਨਾਲੋਂ ਰੱਤੀ ਭਰ ਨਹੀਂ ਹਿੱਲੇ, ਜੋ ਮਰਜ਼ੀ ਕਰ ਲਾ, ਅਸੀਂ ਨਹੀਂ ਮੰਨਣ ਵਾਲੇ, ਅਸੀਂ ਸਿਰਫ ਵਿਖਾਵੇ ਦੇ ਸਿੱਖ ਤਾਂ ਹੋ ਸਕਦੇ ਹਾਂ, ਪਰ ਤੇਰੀ ਦਿੱਤੀ ਸਿੱਖਿਆ ਦੇ ਸਿੱਖ ਨਹੀਂ ਬਣਨਾ। ਸੋ ਬੜੀ ਹਾਸੇ ਵਾਲੀ ਗੱਲ ਹੁੰਦੀ, ਉਹਨੂੰ ਕਹਿੰਦੇ ਦੀਵੇ ਤਲੇ ਅੰਧੇਰੇ ਵਾਲੀ ਗੱਲ। ਤੁਸੀਂ ਟੈਚੀ ਚੁੱਕ ਕੇ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਦਾ ਆ ਜਾਣਾ, ਅੱਛੀ ਗੱਲ ਹੈ ਕਿ ਜੇ ਅਸੀਂ ਟੈਚੀ ਚੁੱਕ ਕੇ ਦੇਸ਼ਾਂ ਵਿਦੇਸ਼ਾਂ ਦੇ ਜਾਣੇ, ਪਰ ਨਾਲ ਸਾਨੂੰ ਉੱਥੇ ਕੁਝ ਜੇ ਸਾਡੇ ਕੋਲ ਇਹੋ ਜਿਹਾ ਹੈ ਵੀ ਨਹੀਂ, ਇਹ ਨਾਲ ਨਹੀਂ ਲੈ ਕੇ ਜਾਣਾ ਚਾਹੀਦਾ, ਛੱਡ ਆਉਣਾ ਚਾਹੀਦਾ। ਖੈਰ, ਵਿਦੇਸ਼ਾਂ ਦੀ ਗੱਲ ਕੀਤੀ, ਟੈਚੀ ਚੁੱਕ ਕੇ ਜਦੋਂ ਅਸੀਂ ਦੇਸ਼ਾਂ ਵਿਦੇਸ਼ਾਂ 'ਚ ਆਉਂਦੇ ਹਾਂ ਅਤੇ ਬਾਕਮਾਲ ਤੁਹਾਡੀ ਵੈਸੇ ਇੰਫੋਰਮੇਸ਼ਨ ਹੈ, ਤੁਸੀਂ ਬੀਟ ਕਰਦੇ ਹੋ, ਮਤਲਬ ਮੇਨ ਸਟ੍ਰੀਮ ਮੀਡੀਆ ਨੂੰ ਅੱਛਾ ਲੱਗਦਾ ਜਦੋਂ ਪੜ੍ਹਦੇ ਹਾਂ ਖਬਰ। ਹਾਂਜੀ, 89 ਬਿਲੀਅਨ ਹਾਂਜੀ ਭੇਜ ਦਿੱਤੇ ਨੇ ਵਿਦੇਸ਼ਾਂ ਤੋਂ। 87 ਸੌਰੀ 2 ਬਿਲੀਅਨ ਉੱਤੇ ਹੋ ਗਿਆ, ਹੁਣ ਤੱਕ ਤਾਂ 89 ਹੋ ਗਿਆ ਨਾ। 87 ਬਿਲੀਅਨ ਜਿਹੜੇ ਦੋ ਉਹ ਟੈਚੀ ਚੁੱਕ ਕੇ ਮੁੱਠੀ 'ਚ ਪੈਸੇ ਲੈ ਕੇ ਆਉਣਾ ਹੈ, ਉਹਨਾਂ ਨੇ ਭਾਰਤ ਵਿੱਚ ਇਹ 87 ਬਿਲੀਅਨ ਡਾਲਰ, ਭਾਵੇਂ ਕਿ ਉਹ ਅਮਰੀਕਨ ਮੋਹਰੀ ਨੇ ਭੇਜਣ ਵਾਲਿਆਂ ਦੇ ਵਿੱਚ, ਵੇਖੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਿੰਨਾ ਪੈਸਾ। 87 ਨੂੰ ਮਲਟੀਪਲਾਈ ਤੁਸੀਂ ਮਿਨੀਮਮ ਅਮਰੀਕਨ ਜੇ ਕਰੰਸੀ ਹੈ ਤਾਂ ਮਿਡਲ 'ਚ ਰੱਖ ਲਓ, 60-65 ਵਾ, ਸਾਡੇ 60 ਹੋਣਗੇ, ਉਹਨਾਂ ਦੇ 70 ਆ, 65 ਦੇ ਨਾਲ ਕਿੰਨੇ ਬਿਲੀਅਨ ਰੁਪੀਜ਼ ਜਿਹੜੇ ਨੇ ਉਹ ਵਿਦੇਸ਼ੀਆਂ ਨੇ ਮਿਹਨਤਾਂ ਕਰ ਕਰਕੇ ਭਾਰਤ ਦੀ ਝੋਲੀ ਦੇ ਵਿੱਚ ਪਾਏ, ਆਪਣੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ, ਸਨੇਹੀਆਂ ਨੂੰ, ਉੱਥੋਂ ਦੀ ਇਕੋਨਮੀ ਵਾਸਤੇ ਹੀ ਗਏ ਨੇ। ਹਾਂਜੀ, ਕੀ ਕਹਿਣਾ ਚਾਹੋਗੇ? ਨਹੀਂ, ਬਿਲਕੁਲ ਤੁਸੀਂ ਬਾਤ ਆਖਿਆ ਚਾਵਲਾ ਜੀ ਵੀ ਇਹ ਆਮ
ਸਮਝਿਆ ਜਾਂਦਾ ਹੈ। ਲੋਕ ਉੱਥੇ ਮੰਨਣ ਭਾਵੇਂ ਨਾ, ਹਜ਼ਾਰਾਂ ਹੀ ਨਹੀਂ ਲੱਖਾਂ ਹੀ ਪਰਿਵਾਰਾਂ ਦਾ ਸਰਵਾਈਵ ਇਸ ਕਰਕੇ ਹੋ ਪਾਇਆ ਕਿ ਉਹ ਧਰਤੀ ਛੱਡ ਕੇ ਲੋਕ ਵਿਦੇਸ਼ਾਂ ਦੇ ਵਿੱਚ ਚਲੇ ਗਏ ਰੋਜ਼ਗਾਰ ਦੀ ਭਾਲ ਦੇ ਵਿੱਚ, ਤੇ ਵਿਦੇਸ਼ਾਂ ਤੋਂ ਕਰੰਸੀਆਂ ਜਿਹੜੀਆਂ ਜੀ ਵੀ ਉੱਥੇ ਪਰਿਵਾਰਾਂ ਦੇ ਖਰਚੇ, ਕੋਠੀਆਂ ਪਾਉਣ, ਬੱਚਿਆਂ ਦੀਆਂ ਪੜ੍ਹਾਈਆਂ ਜਾਰੀ ਰੱਖਣ, ਤੇ ਹੋਰ ਤਰ੍ਹਾਂ ਤਰ੍ਹਾਂ ਦੇ ਜਾਣੀ ਕਿ ਕਾਰਜ ਆ ਜਿਹੜੇ ਆਪਾਂ ਦੇਖਦੇ ਹਾਂ ਵੀ ਜਿੰਨੇ ਵੀ ਵੱਧ ਫੁੱਲ ਰਹੇ ਆ ਪ੍ਰਾਈਵੇਟ ਸਕੂਲਾਂ ਤੱਕ ਵੀ ਉਹਦੇ ਵਿੱਚ ਬਾਹਰਲੇ ਪੈਸੇ ਦਾ ਬਹੁਤ ਵੱਡਾ ਹੱਥ ਆ। ਸੋ ਵੀ ਜੇ ਬਾਹਰ ਇਹ ਲੋਕ ਨਾ ਗਏ ਹੁੰਦੇ ਉੱਥੇ, ਨਾ ਵਿਦੇਸ਼ਾਂ ਤੋਂ ਜਿਹੜਾ ਜੀ ਵੀ ਇਸ ਤਰ੍ਹਾਂ ਇਹ ਮਾਇਆ ਪਹੁੰਚਦੀ ਘਰਾਂ ਦੀ ਸਪੋਰਟ ਵਾਸਤੇ, ਪਰਿਵਾਰਾਂ ਦੀ ਵਾਸਤੇ, ਤੇ ਉੱਥੇ ਦੇ ਭਾਵੇਂ ਦਰਖਤਾਂ ਦੇ ਪੱਤੇ ਖਾਣ ਵਾਲਾ ਹਾਲ ਬਣ ਜਾਂਦਾ। ਸੋ ਲੇਕਿਨ ਕਿ ਇਹ ਬਹੁਤ ਵੱਡੀ ਸ਼ਲਾਘਾ ਹੈ ਜੀ ਵੀ ਵਿਦੇਸ਼ਾਂ ਦੇ ਵਿੱਚ ਆਏ ਜਿਹੜੇ ਭੈਣ ਭਰਾ ਆ ਵੀ ਉਹਨਾਂ ਨੇ ਬਾਹਰ ਆ ਕੇ ਸਖਤ ਮਿਹਨਤਾਂ ਕੀਤੀਆਂ, ਤੇ ਸਾਲੋ ਸਾਲ ਜਾਣੀ ਕਿ ਜਿਹੜੇ ਇਹ ਪੈਸੇ ਆ ਪਿੱਛੇ ਪਰਿਵਾਰਾਂ ਨੂੰ ਮਹੀਨਾ, ਆਪਣੇ ਹਫ਼ਤਾਵਾਰੀ, ਇਹ ਲਗਾਤਾਰ ਜਿਹੜੀਆਂ ਟ੍ਰਾਂਜੈਕਸ਼ਨਸ ਹੁੰਦੀਆਂ ਨਾ, ਇੱਕ ਸਾਲ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ $87 ਬਿਲੀਅਨ ਹੈ ਜੀ, ਮਤਲਬ ਅਰਬ ਡਾਲਰ ਬਣ ਜਾਂਦੇ ਆ। ਬਿਲਕੁਲ ਅਰਬ ਡਾਲਰ ਹਾਂਜੀ। ਅਮਰੀਕਾ ਉਹਦੇ ਵਿੱਚ ਮੋਹਰੀ ਆ ਕਿਉਂਕਿ ਸਾਡੇ ਲੋਕ ਉੱਥੇ ਜ਼ਿਆਦਾ ਨੇ, ਜਿੱਥੇ ਨੈਚੁਰਲੀ ਲੋਕ ਜ਼ਿਆਦਾ ਹੋਣਗੇ। ਹੁਣ ਕਿਉਂਕਿ ਅਮਰੀਕਨ ਡਾਲਰ ਦੀ ਦੁਨੀਆ ਭਰ ਦੇ ਵਿੱਚ ਤਾਂਕ ਹੈ, ਤੇ ਇਸ ਕਰਕੇ ਉਹ ਡਾਲਰ ਜਿਹੜਾ ਸਭ ਤੋਂ ਪਹਿਲਾਂ ਗਿਣਿਆ ਜਾਂਦਾ। ਪਰ ਯੂਰਪ ਦੇ ਵਿੱਚ ਵੀ ਆਪਣੇ ਜਿਹੜੇ ਲੋਕ ਗਏ ਆ ਉਧਰ ਅਰਬ ਦੇਸ਼ਾਂ ਦੇ ਵਿੱਚ ਗਏ ਆ। ਸੋ ਸਾਰੇ ਮੁਲਕਾਂ ਤੋਂ ਜਿਹੜਾ ਜੀ ਭਾਰਤ ਨੂੰ ਪੈਸਾ ਲਗਾਤਾਰਤਾ ਦੇ ਨਾਲ ਜਾਣਾ ਜਾਰੀ ਹੈ। ਉਹਦੇ ਵਿੱਚ ਜਾਣੀ ਕਿ ਭਾਵੇਂ ਕਿ ਇੱਥੇ ਫੈਮਲੀਜ਼ ਬਹੁਤ ਵਾਰ ਡਿਸਅਪੁਆਇੰਟ ਵੀ ਹੁੰਦੇ ਨੇ ਵੀ ਇਹਨਾਂ ਦਾ ਇੱਥੋਂ ਮਨਸ਼ਾ ਬੜਾ ਓਨੈਸਟਲੀ ਲੋਕਾਂ ਨੂੰ, ਪਰਿਵਾਰਾਂ ਨੂੰ ਸਪੋਰਟ ਕਰਨ ਦਾ ਕਾਫੀ ਮਿਸਯੂਜ਼ ਕੀਤਾ, ਤੇ ਵਿਹਲੇ ਮਨ ਸ਼ੈਤਾਨ ਦੇ ਘਰ ਵੀ ਘਰਾਂ ਦੀਆਂ ਆਬਾਦੀਆਂ ਦੀ ਬਜਾਏ ਬਰਬਾਦੀਆਂ ਹੋਈਆਂ। ਕਿਉਂਕਿ ਜਦੋਂ ਕੁਝ ਕਰਨਾ ਹੀ ਨਹੀਂ, ਖਾਣ ਪੀਣ ਨੂੰ ਸਾਰਾ ਕੁਝ ਮਿਲ ਰਿਹਾ, ਪੈਸੇ ਬਾਹਰੋਂ ਜਾ ਰਹੇ ਨੇ, ਤੇ ਉਹਨਾਂ ਨੂੰ ਕੀ ਲੋੜ ਆ ਕੋਈ ਹੱਥ ਹਿਲਾਉਣ ਦੀ। ਇਸ ਕਰਕੇ ਉਹਨਾਂ ਨੂੰ ਵਿਹਲੜ ਬਣਾਉਣਾ ਜਿਹੜਾ ਜੀ ਕਿ ਵਿਦੇਸ਼ੀ ਪੈਸੇ ਦਾ ਉਹਦੇ ਵਿੱਚ ਬੜਾ ਵੱਡਾ ਰੋਲ ਹੈ। ਪਰ ਐਨੀਵੇਜ਼ ਲੇਕਿਨ ਕਿ ਇੱਥੋਂ ਜਿਹੜੀ ਆ ਮਨਸ਼ਾ ਸਾਡੇ ਲੋਕਾਂ ਦੀ ਮਿਹਨਤ ਕਰਕੇ ਪੈਸੇ ਭੇਜਣਾ, ਪਰਿਵਾਰਾਂ ਨੂੰ ਉੱਚੇ ਚੁੱਕਣਾ, ਆਪਣੇ ਦੇਸ਼ ਕੌਮ ਦਾ ਨਾਂ ਉੱਚਾ ਚੁੱਕਣਾ ਜੀ, ਵੀ ਉਹਦੇ ਲਈ ਵਧਾਈ ਦੇ ਪਾਤਰ ਨੇ। ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਡੱਕਾ ਦੂਰਾ ਨਹੀਂ ਕਰਨਾ ਤੇ ਬਸ ਆਸ ਰੱਖੀ ਬਾਹਰ ਨੂੰ, ਔਰ ਬਾਹਰਲੇ ਜਿਹੜੇ ਨੇ ਉਹ ਇੱਥੇ ਆ ਕੇ ਭਾਵੇਂ ਉੱਥੋਂ ਕੋਈ ਸਖਤ ਮਨ ਵੀ ਆਉਂਦਾ, ਫਿਰ ਵੀ ਉਹਦਾ ਮਨ ਪਸੀਜ ਜਾਂਦਾ ਕਿ ਜ਼ਰੂਰ ਅਸੀਂ ਕੁਛ ਨਾ ਕੁਝ ਜਿਹੜਾ ਹੈ ਉਹ ਚੰਗਾ ਕਰ ਲਈਏ। ਇੱਥੇ ਆ ਕੇ ਮੇਰੇ ਖਿਆਲ 'ਚ ਚੰਗੇ ਲੋਕਾਂ ਦੇ ਵਿੱਚ ਰਹਿ ਕੇ ਚੰਗੀ ਸਿੱਖਿਆ ਵੀ ਜਿਹੜੀ ਹੈ ਉਹ ਮਿਲਦੀ ਹੈ। ਇਹ ਨਹੀਂ ਕਿ ਉੱਥੇ ਚੰਗੇ ਲੋਕ ਨਹੀਂ, ਚੰਗੇ ਲੋਕ ਉੱਥੇ ਵੀ ਹਨ। ਹਾਂਜੀ, ਹਰ ਦੇਸ਼ ਦੇ ਵਿੱਚ ਨੇ, ਹਰ ਦੇਸ਼ ਦੇ ਵਿੱਚ ਵਧੀਆ ਲੋਕ ਵਸਦੇ ਨੇ, ਸਾਰੇ ਦੇਸ਼ ਹੀ ਚੰਗੇ ਨੇ, ਪਰ ਦੇਸ਼ ਨੂੰ ਚਲਾਉਣ ਵਾਲਿਆਂ ਦੇ ਵਿੱਚ ਜਿਹੜੀ ਹੈ ਉਹ ਲਾਲਸਾ ਹੋ ਸਕਦੀ ਹੈ, ਉਹ ਕਮੀਆਂ ਹੋ ਸਕਦੀਆਂ ਨੇ, ਉਹਨਾਂ ਦੇ ਵਿੱਚ ਕੋਈ ਵਿਗੜੇ ਹੋ ਸਕਦੇ ਨੇ, ਪਰੰਤੂ ਕੰਟਰੀ ਸਾਰੇ ਹੀ ਵਧੀਆ ਹੁੰਦੇ ਨੇ। ਸਾਡਾ ਦੇਸ਼ ਸੋਨੇ ਦੀ ਚਿੜੀ ਨਹੀਂ, ਸੋਨੇ ਦਾ ਬਾਜ ਬਣ ਸਕਦਾ ਜਿੱਥੋਂ ਅਸੀਂ ਆਏ ਹਾਂ, ਪਰ ਉਹਦੇ ਬਾਜ ਦੀਆਂ ਖੰਭਾਂ ਨੂੰ ਨੋਚਣ ਵਾਲੇ ਜਿਹੜੇ ਸਾਡੇ ਕਰਪਟ, ਅਸਲੀ ਮੈਂ ਆਤੰਕਵਾਦੀ ਕਹਿਣਾ ਹੁੰਦਾ, ਦੇਸ਼ ਧਰੋਹੀ ਕਹਿਣਾ ਹੁੰਦਾ, ਉਹਨਾਂ ਦੇ ਸਾਥ ਦੇਣ ਵਾਲੇ ਵੀ, ਉਹਨਾਂ 'ਚ ਹਾਮੀ ਭਰਨ ਵਾਲੇ ਵੀ, ਅਤੇ ਉਹਨਾਂ ਨਾਲ ਬੈਠ ਕੇ ਖਾਣ ਵਾਲੇ ਵੀ, ਅਤੇ ਉਹਨਾਂ ਨੂੰ ਸ਼ਹਿ ਦੇਣ ਵਾਲੇ ਵੀ, ਅਤੇ ਉਹਨਾਂ ਨੂੰ ਚੁਣਨ ਵਾਲੇ ਵੀ, ਪਤਾ ਹੈ ਕਿ ਇਹ ਬੰਦਾ ਕਰਪਟ ਹੈ, ਇਹਨੇ ਦੇਸ਼ ਨੂੰ ਲੁੱਟਿਆ, ਅੱਗੇ ਵੀ ਲੁੱਟਣਾ, ਅਤੇ ਉਹਦਾ ਸਾਥ ਦਿੰਦੇ ਨੇ। ਉਹ ਵੀ ਉਸ ਹੀ ਧਿਰ ਦੇ ਵਿੱਚ ਹੁੰਦੇ ਨੇ। ਅਸਲ ਮੈਂ ਆਤੰਕਵਾਦੀ ਉਹਨਾਂ ਨੂੰ ਕਹਿੰਦਾ ਜਿਹੜੇ ਦੇਸ਼ ਨੂੰ, ਕਿਸੇ ਵੀ ਦੇਸ਼ ਦੇ ਵਿੱਚ ਉਹਦਾ ਹੀ ਖਾਂਦੇ ਨੇ ਅਤੇ ਉਹਨੂੰ ਹੀ ਲੁੱਟਦੇ ਨੇ, ਅਤੇ ਉਹਦੇ ਬਾਬਤ ਹੀ ਗਲਤ ਗਾਉਂਦੇ ਨੇ ਕਿ ਮੇਰਾ ਪਰਿਵਾਰ ਤਰੱਕੀ ਕਰ ਜੇ, ਮੇਰੇ ਖਜ਼ਾਨੇ ਭਰਪੂਰ ਹੋ ਜਾਣ, ਮੇਰਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਧਨ ਦੌਲਤ ਜਗੀਰਾਂ ਬਣ ਜਾਣ, ਮੇਰੇ ਬੱਚਿਆਂ ਵਾਸਤੇ ਸਾਰੀ ਸੁੱਖ ਸਹੂਲਤ ਹੋਵੇ, ਵੋਟ ਪਾਉਣ ਵਾਲਾ ਬੱਚਾ ਜਾਵੇ ਠੱਠੇ ਖੂਹ ਦੇ ਵਿੱਚ। ਖੈਰ, ਕੱਲ ਚੱਲਦੀ ਵੀ ਸੀ ਟੈਚੀ ਲੈ ਕੇ ਆਉਣ ਦੀ, ਤਾਂ ਉਸੇ ਨੂੰ ਜੇਕਰ ਮੈਂ ਅਗਾਂਹ ਤੋਰਾਂ ਜਾਓ, ਸਭ ਮਜ਼ਾ ਆ ਗਿਆ ਤੁਹਾਡੇ ਨਾਲ ਗੱਲ ਕਰਕੇ ਆ ਸਵੇਰੇ ਗੁੱਡ ਮਾਰਨਿੰਗ ਸ਼ੋਅ ਦੇ ਵਿੱਚ, ਕਿ ਉਹ ਟੈਚੀ 2 ਲੈ ਕੇ ਆਉਣ ਵਾਸਤੇ ਹੁਣ ਇਮੀਗ੍ਰੇਸ਼ਨ ਡਿਪਾਰਟਮੈਂਟ, ਖਾਸ ਤੌਰ 'ਤੇ ਜੇ ਕੈਨੇਡਾ ਦੀ ਗੱਲ ਕਰੀਏ ਤਾਂ ਥੋੜ੍ਹਾ ਜਿਹਾ ਕੋਵਿਡ-19 ਨੇ ਸਾਰੀ ਦੁਨੀਆ ਨੂੰ ਉਥਲ-ਪੁਥਲ ਕੀਤਾ ਹੋਇਆ। ਸਾਰੇ ਮਤਲਬ ਕਹਿ ਲਓ ਕਿ ਅਦਾਰੇ, ਬਿਜ਼ਨਸ ਅਦਾਰੇ ਉਥਲ-ਪੁਥਲ ਨੇ, ਜਿਨ੍ਹਾਂ ਦੇ ਵਿੱਚ ਮੀਡੀਆ ਬੜਾ ਚੱਕੀ ਦੇ ਕੁਣ ਵਾਂਗੂ ਪਿਸਿਆ ਹੈ। ਮਤਲਬ ਸਾਡਾ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੈ, ਰੀੜ੍ਹ ਦੀਆਂ ਹੱਡੀਆਂ ਟੁੱਟੀਆਂ। ਗੱਲ ਵੱਖਰੀ ਹੈ, ਟਾਈਮ ਦੇ ਵਿੱਚ ਸਾਡਾ ਵਾਧਾ ਹੋਇਆ ਤਾਂ ਚਿੰਤਿਤ ਹੋਇਆ, ਪਰ ਪੁੱਛ ਕੇ ਵੇਖੀਏ ਕਿ ਕਿਵੇਂ ਬਿਲਿੰਗ ਹੁੰਦੀ ਆ ਉਹ ਸਾਨੂੰ ਪਤਾ। ਪਰ ਖੈਰ ਐਨੀਵੇ, ਦੁਨੀਆ ਭਰ ਦਾ ਬਿਜ਼ਨਸ ਜਿਹੜਾ ਹਰਟ ਹੋਇਆ, ਇਹਦੇ ਲਈ ਕੁਝ ਬੈਕਲੌਗਸ ਵੀ ਲੱਗੀਆਂ ਹੋਈਆਂ ਨੇ। ਹਾਂਜੀ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਚਾਵਲਾ ਜੀ। ਇਸ ਤਰ੍ਹਾਂ ਵੀ ਇਹ ਜਿੱਥੇ ਹੁਣ ਆਪਣੇ ਪੰਜਾਬ ਜਾਂ ਹੋਰ ਦੁਨੀਆ ਭਰ ਦੇ ਕਈ ਦੇਸ਼ਾਂ ਤੋਂ ਕਰੋੜਾਂ ਲੋਕਾਂ ਦਾ ਦਿਲ ਧੜਕਦਾ ਵੀ ਇਹ ਆਪਣੀ ਜਨਮ ਭੂਮੀ ਤੇ ਅਸੀਂ ਉਜੜ ਗਏ ਹਾਂ ਤੇ ਵਸ ਜਾਈਏ ਕਿਤੇ ਹੋਰ ਜਾ ਕੇ, ਤੇ ਵਸ ਜਾਈਏ। ਇਹਦੇ ਵਿੱਚ ਇਹ ਕੈਨੇਡਾ, ਅਮਰੀਕਾ, ਕਈ ਵਾਰੀ ਰਾਹ ਵਿੱਚ ਪਹੁੰਚ ਵੀ ਜਾਇਆ ਜਾਵੇ ਨਾ, ਤਸੱਲੀ ਹੁੰਦੀ ਨਹੀਂ। ਆ ਜਰਮਨ ਵਰਗੇ ਦੇਸ਼ ਦੇ ਵਿੱਚ ਵੀ ਦਿਲ ਧੜਕਦਾ ਰਹਿੰਦਾ ਵੀ ਪਹੁੰਚਣਾ ਤੇ ਕੈਨੇਡਾ ਆ। ਜੀ। ਸੋ ਲੇਕਿਨ ਕਿ ਜੇ ਸਾਨੂੰ ਉੱਥੋਂ ਨਿਕਲ ਕੇ ਨਵੀਆਂ ਮੰਜ਼ਿਲਾਂ ਦੇ ਸਹੱਦਿਆਂ ਦੀ ਤਲਾਸ਼ ਹੈ, ਤੇ ਫਿਰ ਜਿਹੜੀਆਂ ਮੰਜ਼ਿਲਾਂ ਨੇ ਉਹਨਾਂ ਨੂੰ ਵੀ ਨਵੇਂ ਲੋਕਾਂ ਦੀ ਭਾਲ ਹੈ। ਹਾਂ ਬਿਲਕੁਲ। ਸੋ ਤਦ ਕਰਕੇ ਵੀ ਕੈਨੇਡਾ, ਅਮਰੀਕਾ ਜਾਂ ਹੋਰ ਕੁਝ ਦੇਸ਼ ਯਾਨੀ ਕਿ ਚੁਣ ਕੇ ਲੋਕਾਂ ਨੂੰ ਰੱਖਦੇ ਨੇ, ਆਪਰਚੁਨਿਟੀ ਦਿੰਦੇ ਨੇ, ਤੇ ਜਿਹਦੇ ਵਿੱਚੋਂ ਕਿ ਆਪਾਂ ਦੇਖਦੇ ਹਾਂ ਵੀ 4 ਲੱਖ ਦੇ ਕਰੀਬ ਇਹ ਆਪਰਚੁਨਿਟੀ ਦਿੰਦੇ ਨੇ। ਪਰ ਕਰੋਨਾ ਵਾਇਰਸ ਕਰਕੇ ਰੁਕਾਵਟਾਂ ਵੱਡੀਆਂ ਪਈਆਂ ਰਹੀਆਂ।
ਪਰ ਹੁਣ ਪਤਾ ਲੱਗ ਰਿਹਾ ਜੀ ਵੀ ਪਿਛਲੇ ਜਾਣੀ ਕਿ ਸਮੇਂ ਤੋਂ ਇਹ ਜਿਹੜਾ ਕਾਫੀ ਬੈਕਲੌਗ ਸੀਗਾ, ਖਾਸ ਤੌਰ ਤੇ ਇਹ ਕਿਹਾ ਜਾਂਦਾ ਸੀਗਾ ਵੀ ਸਾਨੂੰ ਤਾਂ ਜੀ ਇਮੀਗ੍ਰੇਸ਼ਨ ਦੇ ਜਿਹੜੇ ਅਫੀਸ਼ੀਅਲ ਜੀ ਦੱਸਦੇ ਹੁੰਦੇ ਸੀ ਚਾਵਲਾ ਜੀ ਵੀ 35,000 ਦੇ ਕਰੀਬ ਜਿਹੜੀਆਂ ਈਮੇਲਾਂ ਇੱਕ ਮਹੀਨੇ ਦੇ ਵਿੱਚ ਹੀ ਆ ਜਾਂਦੀਆਂ ਜਾਂ ਭਰ ਕੇ ਲੋਕ ਇਨਕੁਆਇਰੀ ਕਰਦੇ ਆ, ਤੇ ਜਵਾਬ ਨਹੀਂ ਸੀ ਉਹਨਾਂ ਦੇ ਜਾਣੀ ਕਿ ਦਿੱਤੇ ਜਾ ਪਾ ਰਹੇ ਤਸੱਲੀ ਬਖਸ਼ ਤਰੀਕੇ ਦੇ ਨਾਲ, ਤੇ ਕੋਈ ਟਾਈਮ ਲਾਈਨ ਨਹੀਂ ਸੀਗੀ। ਹੁਣ ਲਿਖਣ ਕੇ ਜਿਹੜਾ ਜੀ ਵੀ ਉਹ ਜਵਾਬ ਦੇਣ ਦੇ ਵਿੱਚ ਫੁਰਤੀਆਂ ਆ ਚੁੱਕੀਆਂ ਨੇ। ਪਤਾ ਲੱਗ ਰਿਹਾ ਵੀ 10 ਦਿਨਾਂ ਦੇ ਵਿੱਚ ਈਮੇਲਾਂ ਦੇ ਲੋਕਾਂ ਨੂੰ ਜਵਾਬ ਜਾ ਰਹੇ ਨੇ, ਤੇ ਜਿਹੜਾ ਵਿਜ਼ਿਟਰ ਵੀਜ਼ਾ ਸੀਗਾ ਲੋਕ ਅਪਲਾਈ ਕਰਦੇ 8-8 ਮਹੀਨੇ ਕੋਈ ਸੁਣਵਾਈ ਨਹੀਂ ਸੀ ਹੁੰਦੀ। ਉਹ ਕਹਿੰਦੇ ਵੀ ਪੁਰਾਣੀਆਂ ਐਪਲੀਕੇਸ਼ਨ ਤੇ ਭੁੱਲ ਜਾਓ, ਪਰ ਹੁਣ ਨਵੀਆਂ ਜਿਹੜੀਆਂ ਐਪਲੀਕੇਸ਼ਨ ਲੱਗ ਰਹੀਆਂ ਉਹਨਾਂ ਦਾ ਜਿਹੜਾ ਜਵਾਬ ਹੈ ਜੀ ਵੀ ਵਿਦਿਨ 30 ਬਿਜ਼ਨਸ ਡੇਜ਼ ਜਿਹੜਾ ਜੀ ਵੀ ਉਹ ਦੇਣ ਦਾ ਟਾਰਗੇਟ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਮਿਥਿਆ ਹੋਇਆ ਹੈ। ਇਸ ਦੇ ਨਾਲ ਹੀ ਜਿਹੜਾ ਜੀ ਵੀ ਹੁਣ ਸੁਪਰ ਵੀਜ਼ਾ ਅਪਲਾਈ ਕਰਨ ਦੇ ਵਿੱਚ ਵੀ ਕਾਫੀ ਤੇਜ਼ੀ ਆ ਰਹੀ ਹੈ, ਕਿਉਂਕਿ ਸਭ ਕੁਝ ਨਾਰਮਲ ਹੁੰਦਾ ਜਾ ਰਿਹਾ ਹੋਣ ਕਰਕੇ, ਤੇ PR ਦੀ ਜਿਹੜੀ ਪੇਰੈਂਟਸ ਨੂੰ, ਗ੍ਰੈਂਡ ਪੇਰੈਂਟਸ ਨੂੰ ਅਪਰਚੁਨਿਟੀ ਬਹੁਤ ਘੱਟ ਮਿਲਦੀ ਹੋਣ ਕਰਕੇ ਲੋਕਾਂ ਦੀ ਜਿਹੜੀ ਟੇਕ ਆ ਜੀ ਵੀ ਇਹ ਕਾਫੀ ਮਹਿੰਗਾ ਜਿਹੜਾ ਜੀ ਵੀ ਐਵੀਨਿਊ ਹੈਗਾ ਸੁਪਰ ਵੀਜ਼ਾ ਦਾ ਵੀ ਉਹਨੂੰ ਯੂਟੀਲਾਈਜ਼ ਕਰਨ ਦੀ ਕੋਸ਼ਿਸ਼ ਹੈ, ਤੇ ਤੇਜ਼ੀ ਆ ਰਹੀ ਇਸ ਨੂੰ ਵੀ ਅਪਲਾਈ ਕੀਤਾ ਜਾ ਰਿਹਾ ਜਿਹੜੀਆਂ ਕੰਡੀਸ਼ਨਸ ਪੂਰੀਆਂ ਕਰਕੇ। ਇਹਦੇ ਨਾਲ ਹੀ ਚਾਵਲਾ ਜੀ ਜਿਹੜੇ ਲੋਕਾਂ ਦੀ ਜਾਣੀ ਕਿ ਲੋਟਰੀ 2020 ਦੇ ਵਿੱਚ ਉਹਨਾਂ ਨੇ ਪੇਰੈਂਟਸ, ਗ੍ਰੈਂਡ ਪੇਰੈਂਟਸ ਲਈ ਪਾਈ ਸੀ PR ਵਾਸਤੇ, ਉਹਨਾਂ ਨੂੰ ਇਸ ਸਾਲ ਕੁਝ ਨਾਮ ਜਿਹੜੇ ਆ ਜੀ ਕੱਢ ਕੇ ਉਹਨਾਂ ਨੂੰ ਅਪਰਚੁਨਿਟੀ ਦਿੱਤੀ ਗਈ ਸੀ ਅਪਲਾਈ ਕਰਨ ਦੀ, ਤੇ ਉਹ ਜਿਹਨਾਂ ਨੂੰ ਵੀ ਅਪਰਚੁਨਿਟੀ ਮਿਲੀ ਆ ਅਪਲਾਈ ਕਰਨ ਦੀ, ਆਖਰੀ ਤਰੀਕ ਉਹਨਾਂ ਨੇ 6 ਦਸੰਬਰ ਉਹਦੀ ਮਿਤੀ ਹੋਈ ਆ ਵੀ ਉਦੋਂ ਤੱਕ ਕੰਪਲੀਟ ਐਪਲੀਕੇਸ਼ਨ ਆ ਜਿਹੜੀ ਉਹ ਮਿਲ ਜਾਣੀ ਚਾਹੀਦੀ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਜੀ। ਇਹਦੇ ਨਾਲ ਹੀ ਵੀ ਜਿਹੜੇ ਹਸਬੈਂਡ ਵਾਈਫ ਆ ਜਾਣੀ ਕਿ ਉਹਨਾਂ ਵਿੱਚੋਂ ਕੋਈ ਜੇ ਇੱਕ ਕੈਨੇਡਾ ਪਹੁੰਚ ਗਏ ਨੇ ਵੀ ਜੇ ਅਪਲਾਈ ਕੀਤਾ ਹੋਇਆ PR ਦਾ ਕੇਸ, ਤੇ ਉਹਨੂੰ ਪ੍ਰਾਇਓਰਟੀ ਹੈ। ਤੇ ਇਹਦੇ ਨਾਲ ਹੀ ਵੀ ਬਹੁਤ ਸਾਰੇ ਸਟੂਡੈਂਟਸ ਸਪੈਸ਼ਲੀ ਜਿਹੜੇ ਜਾਂ ਵਰਕ ਪਰਮਿਟ ਤੇ ਲੋਕ ਆਉਂਦੇ ਨੇ ਵੀ ਉਹ ਆਪਣੇ ਹਸਬੈਂਡ ਵਾਈਫ ਨੂੰ ਜੇ ਮੰਗਾਉਣਾ ਵਰਕ ਪਰਮਿਟ ਦੇ ਉੱਤੇ, ਉਸ ਐਪਲੀਕੇਸ਼ਨ ਦੀ ਵੀ ਪ੍ਰੋਸੈਸ ਹੁਣ ਕਾਫੀ ਤੇਜ਼ੀ ਨਾਲ ਪਤਾ ਲੱਗ ਰਿਹਾ ਜੀ ਵੀ ਉਹ ਕੀਤੀ ਜਾ ਰਹੀ ਹੈ। ਮਤਲਬ ਕਿ ਜਿਹੜੀ ਵਰਕ ਪਰਮਿਟ ਦੀ ਐਪਲੀਕੇਸ਼ਨ ਹੈ ਇਹੋ ਜਿਹੇ ਕੇਸਿਸ ਦੇ ਵਿੱਚ 1.25 ਮਹੀਨੇ ਦੇ ਵਿੱਚ ਹੀ ਉਹ ਡੀਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਹਦੇ ਨਾਲ ਹੀ ਲੇਕਿਨ ਕਿ ਦੱਸ ਰਹੇ ਸੀ ਕੱਲ ਡਿਕਸੀ ਰੋਡ ਗੁਰਦੁਆਰਾ ਸਾਹਿਬ ਤੋਂ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਮਤਲਬ ਜਥਿਆਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਜੀ ਕਾਫੀ। ਉਹ ਕਹਿ ਰਹੇ ਜੀ ਵੀ ਸਾਨੂੰ ਜਥੇ ਜਿਹੜੇ ਉਹ ਕਹਿ ਰਹੇ ਵੀ ਕੋਈ ਹਾਂ ਪੱਕੀ ਹੁੰਗਾਰਾ ਨਹੀਂ ਮਿਲ ਰਿਹਾ ਜਥਿਆਂ ਨੂੰ, ਉੱਥੋਂ ਏਅਰਪੋਰਟ ਤੋਂ ਕਈ ਵਾਰੀ ਦਿੱਲੀ ਤੋਂ ਵੀ ਮੁੜਨਾ ਪੈ ਰਿਹਾ ਬਹੁਤ ਸਾਰਿਆਂ ਨੂੰ, ਤੇ ਉਹੀ ਆ ਰਹੇ ਆ ਜਿਹੜੇ ਜਿਨ੍ਹਾਂ ਦੇ ਕੋਲ 10 ਸਾਲ ਦਾ ਵੀਜ਼ਾ ਸੀ ਵੀ ਉਹਨਾਂ ਦੇ ਨਾਲ ਅਸੀਂ ਗੁਜ਼ਾਰਾ ਕਰ ਰਹੇ ਹਾਂ, ਤੇ ਜਿਨ੍ਹਾਂ ਲੋਕਾਂ ਦੇ ਸਤੰਬਰ ਦੇ ਵਿੱਚ ਵੀ ਅਸੀਂ ਵੀਜ਼ੇ ਅਪਲਾਈ ਕੀਤੇ ਸੀਗੇ ਉਹਨਾਂ ਨੂੰ ਵੀ ਜਿਹੜਾ ਜੀ ਕੋਈ ਇਸ਼ਾਰਾ ਨਹੀਂ ਦਿੱਤਾ ਜਾ ਰਿਹਾ ਵੀ ਮੌਕਾ ਦਿੱਤਾ ਜਾਊਗਾ ਕਿ ਨਹੀਂ। ਸੋ ਹੁਣ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜਿਹੜਾ ਸ਼ਬਦ ਕੀਰਤਨ ਹੈ, ਕਥਾ ਪਾਠ, ਸੇਵਾਵਾਂ, ਜਿਹੜੇ ਪੁਰਾਣੇ ਜਥੇ ਆਏ ਹੋਏ ਨੇ ਜਾਂ ਫਿਰ ਜਿਹੜੇ ਵੀਜ਼ੇ ਆਲਰੇਡੀ ਜਿਹਨਾਂ ਕੋਲ ਸੀਗੇ ਉਹਨਾਂ ਵਿੱਚੋਂ ਕੁਝ ਨੂੰ ਅਪਰਚੁਨਿਟੀ ਮਿਲੀ ਹੈ। ਸੋ ਉਸ ਲਿਹਾਜ਼ ਨਾਲ ਜਿਹੜਾ ਕੰਮ ਚਲਾਉਣ ਦੀ ਕੋਸ਼ਿਸ਼ ਹੈ ਜੀ। ਪਰ ਦੂਸਰੇ ਪਾਸੇ ਇਹ ਹੈ ਜੀ ਵੀ ਕਿਤੇ ਇਹ ਤਾਂ ਨਹੀਂ ਹੁਣ ਮੇਰੇ ਮੂੰਹ ਚੋਂ ਫੇਰ ਗੱਲ ਨਿਕਲਣੀ ਜਾਣੀ ਆ, ਰਹਿ ਜਾਣੀ ਨਹੀਂ ਗੀ, ਰੁਕਣੀ ਨਹੀਂ, ਸੱਚੀ ਗੱਲ ਜ਼ੁਬਾਨ ਤੇ ਆਈ ਨਹੀਂ ਰੁਕਦੀ, ਕਿਤੇ ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਤੇ ਨਹੀਂ ਖੋਲਣੀਆਂ ਪੈ ਰਹੀਆਂ। ਉਹ ਤੇ ਸਦਾ ਹੁੰਦਾ ਹੀ ਆ, ਪਰ ਫਿਰ ਨਾਲ ਸੰਗਤ ਚਾਹੁੰਦੀ ਹੁੰਦੀ ਵੀ ਉਹ ਗੱਲ ਕਰੋ ਹੀ ਨਾ, ਹਨਾ ਕਿਉਂ ਨਾ ਕਰੋ। ਹਾਂਜੀ ਮਤਲਬ ਵੱਧ ਤੋਂ ਵੱਧ ਇਹੀ ਕਹਿਣਗੇ ਵੀ ਚਾਵਲਾ ਜੀ ਨਾ ਆਓ, ਤੁਸੀਂ ਇੱਥੇ ਚੱਲ ਜਾਓ, ਉੱਠ ਕੇ ਚੱਲ ਜਾਓ, ਤੁਸੀਂ ਗੱਲਾਂ ਬੜੀਆਂ ਕਰਦਾ, ਵੱਧ ਤੋਂ ਵੱਧ ਇਹੀ ਕਹਿ ਦੇਣਗੇ ਤੇ ਅਸੀਂ ਘਰੇ ਬਹਿ ਕੇ ਰੱਬ ਦਾ ਨਾਂ ਲੈ ਲਾਂਗੇ ਨਾ। ਇਹੀ ਹੈ ਗੱਲ, ਤਾਂ ਸੱਚੀ ਹੈ ਨਾ। ਅਸੀਂ ਨਾ ਕਵਾਂਗੇ ਜਦੋਂ ਅਖਬਾਰਾਂ ਵਾਲੇ ਮੇਨ ਸਟ੍ਰੀਮ ਮੀਡੀਆ ਵਾਲੇ ਲਾ ਕੇ ਤੁਹਾਡੇ ਨਿਸ਼ਾਨ ਸਾਹਿਬ ਤੇ ਤਸਵੀਰਾਂ ਛਾਪ ਕੇ ਉਦੋਂ ਜਲੂਸ ਕੱਢਦੇ, ਉਦੋਂ ਦੇਖੋ ਜੀ ਵੀ ਗੱਲ ਇਹ ਉੱਥੇ ਫਿਰ ਦੋ ਟੈਚੀਆਂ ਤੇ ਆ ਗਈ ਤੇ ਦਿਮਾਗਾਂ ਦੇ ਕੂੜ ਕਬਾੜੇ ਤੇ ਆ ਗਏ ਬਸ। ਹਾਂਜੀ, ਸੋ ਜਦੋਂ ਅਸੀਂ ਕੂੜ ਕਬਾੜਾ ਹੈਗਾ ਨਾ ਦਿਮਾਗਾਂ ਦੇ ਵਿੱਚ ਨਾਲ, ਫਿਰ ਦੇਖੋ ਇਹ ਮੈਂ ਆਪਾਂ ਕਿੰਨੀ ਵਾਰੀ ਗੱਲ ਕਰ ਚੁੱਕੇ ਹਾਂ ਵੀ ਇਹ ਇੱਕ ਪ੍ਰੂਵਨ ਫੈਕਟ ਆ ਵੀ ਸਾਡੇ ਭਾਈਚਾਰੇ ਦੇ ਵਿੱਚ, ਅਸੀਂ ਸਾਡੀ ਕੌਮ ਦੇ ਵਿੱਚ ਜਿਹੜੇ ਦੇਸ਼ ਵੱਲ ਨੂੰ ਵੀ ਜਾਣ ਨੂੰ ਦਿਲ ਕਰਦਾ ਉਸ ਦੇਸ਼ ਦੇ ਵੀਜ਼ਾ ਇਮੀਗ੍ਰੇਸ਼ਨ ਫਰਾਡ ਨੂੰ ਅਸੀਂ ਕੋਈ ਮਾੜੀ ਗਲਤ ਗੱਲ ਸਮਝਦੇ ਹੀ ਨਹੀਂ। ਕਿੱਦਾਂ ਫਿਰ ਅਸੀਂ ਕਹਿੰਦੇ ਹਾਂ ਵੀ ਬਹੁਤ ਅਸੀਂ ਅਣਖੀ ਤੇ ਇਨਸਾਫ ਮਾਂ ਜਦੋਂ ਖੁਦ ਹੀ ਜਾਣੀ ਕਿ ਬੇਇਨਸਾਫੀ ਕਰ ਰਹੇ ਜਿਹੜੇ ਦੇਸ਼ ਦੇ ਵਿੱਚ ਜਾਣਾ ਫਰਾਡ ਨਾਲ, ਹਾਂਜੀ, ਇਮੀਗ੍ਰੇਸ਼ਨ ਦਾ ਤੇ ਵੀਜ਼ਾ ਦਾ, ਤਰ੍ਹਾਂ ਦੇ ਝੂਠ ਤੇ ਝੂਠੇ ਦਸਤਾਵੇਜ਼, ਇਹ ਕੋਈ ਹੈ ਲੁਕੀ ਛਿਪੀ ਗੱਲ? ਸੋ ਸਾਡੇ ਸਮਾਜ ਦੇ ਵਿੱਚ ਇਸ ਚੀਜ਼ ਨੂੰ ਮਾਨਤਾ ਹੀ ਪ੍ਰਾਪਤ ਆ। ਜਿਹੜਾ ਕੋਈ ਰੋਕਣ ਦੀ ਗੱਲ ਕਰੇ ਆਪਾਂ ਉਹਦੇ ਨਾਲੇ ਅਸੀਂ ਗੱਲ ਤੇ ਉਹਨਾਂ ਦੀ ਕਰ ਰਹੇ, ਜਿਹੜੇ ਕਰ ਰਹੇ, ਜਿਨ੍ਹਾਂ ਨੇ ਕੀਤਾ, ਜਿਹੜੇ ਨਹੀਂ ਕਰਦੇ, ਜਿਹੜੇ ਬਿਲਕੁਲ ਨਿਯਮ ਦੇ ਮੁਤਾਬਕ ਚੱਲਦੇ ਨੇ, ਉਹਨਾਂ ਦੀ ਤਾਂ ਗੱਲ ਹੀ ਨਹੀਂ। ਹਾਂਜੀ, ਔਰ ਵੱਡੀ ਤਾਦਾਦ ਹੈ ਜੀ, ਉਹ ਥੋੜੇ ਨਹੀਂ ਹੈਗੇ, ਮੈਂ ਕਹੂੰਗਾ ਜਿਹੜੇ ਏਦਾਂ ਕਰਦੇ ਜਾਂ ਕਰਦੀਆਂ, ਥੋੜੇ ਨਹੀਂ ਹੈਗੇ, ਕਿਉਂਕਿ ਸਾਨੂੰ ਪਤਾ ਆ ਜ਼ਿਆਦੇ ਆ, ਬਹੁਤ ਕਾਫੀ ਵੱਡੀ ਮਾਤਰਾ ਹੈਗੀ ਆ ਜੀ। ਔਰ ਮਾਨਤਾ ਆ ਸਮਾਜਿਕ ਤੌਰ ਤੇ ਦਹਾਕਿਆਂ ਤੋਂ ਇਹ ਮਾਨਤਾ ਚੱਲੀ ਆ ਰਹੀ ਵੀ ਅਸੀਂ ਇਸ ਚੀਜ਼ ਨੂੰ ਗਲਤ ਸਮਝਦੇ ਹੀ ਨਹੀਂ। ਚਲੋ ਅਗਲੀ ਗੱਲ ਕਰਾਂਗੇ ਹੁਣ PCR ਦੀ। ਥੋੜੇ ਜਿਹੇ ਕੇਸ ਵਧੇ ਸੀ ਤੇ ਇੱਕ ਵਾਰੀ ਫਿਰ ਤੇ ਹੜਕੰਮ ਜਿਹਾ ਮਚਣਾ ਸ਼ੁਰੂ ਹੋ ਗਿਆ ਸੀ। 700 ਦੇ ਲਾਗੇ ਛਾਗੇ ਚੱਲਣ ਵਾਲੀ ਗੱਲ ਹੋਈ ਤੇ ਲਾੜਾ ਹੋਣੀ ਸ਼ੁਰੂ ਹੋ ਗਈ ਵੀ ਸ਼ਾਇਦ ਫਿਰ ਕੋਈ ਫੈਸਲਾ ਆ ਸਕਦਾ। ਉਸ ਤੋਂ ਪਹਿਲਾਂ ਦੋਸਤੋ ਹਾਸੇ ਵਾਲੀ ਗੱਲ ਆ, ਜੌਲ ਸਾਹਿਬ ਤੁਹਾਨੂੰ ਤਾਂ ਵੈਸੇ ਕਾਫੀ ਫੋਨ ਖੜਕਦੇ ਹੀ ਰਹਿੰਦੇ ਹੋਣੇ ਸਵੇਰੇ ਸ਼ਾਮ। ਜੌਲ ਸਾਹਿਬ ਦਾ ਨੰਬਰ ਲਿਖ ਲਓ ਵੀ ਮੈਂ ਮਤਲਬ ਧੀਮੀ ਗਤੀ 'ਚ ਬੋਲਦਾ, 416 895
3784 416 895 3784। ਵੈਸੇ ਸਾਡੀ ਡਿਊਟੀ ਹੈ, ਅਸੀਂ ਡਿਊਟੀ ਨਿਭਾ ਦਿੱਤੀ ਹੈ, ਇੱਕ ਵਾਰ ਨਹੀਂ ਐਰਕੀ ਤਾਂ ਕਈ ਵਾਰ ਨਿਭਾਉਣੀ ਪਈ ਹੈ। ਉਹਦਾ ਕਾਰਨ ਇਹ ਹੈ ਕਿ ਜਿਹੜੇ ਟੈਚੀ ਲੈ ਕੇ ਆਏ ਸੀ ਇਸ ਵਕਤ COVID-19 ਕਰਕੇ ਜਿਹੜੇ ਹਰ ਸਾਲ ਕੈਨੇਡਾ ਦੀ ਪੈਨਸ਼ਨ ਵੀ ਲੈਂਦੇ ਨੇ ਅਤੇ ਅਮਰੀਕਾ ਦੀ ਪੈਨਸ਼ਨ ਵੀ ਲੈਂਦੇ ਨੇ ਅਤੇ ਇੰਡੀਆ ਦੇ ਵਿੱਚ ਵੀ ਜੋਬ ਕਰਕੇ ਸਰਕਾਰੀ ਪੈਨਸ਼ਨ ਤੋਂ ਰਿਟਾਇਰ ਜਾਂ ਫਿਰ ਪੈਕੇਜ ਲੈ ਕੇ ਆਏ ਨੇ, ਉਹ ਬੀਬੀਆਂ ਭੈਣਾਂ ਰਾਤ ਸਵੇਰੇ ਮਤਲਬ ਸਵਖਤੇ ਤਿਆਰ ਹੋ ਕੇ 4:30 ਵਜੇ ਫੋਨ ਕਰਨ ਲੱਗ ਪੈਂਦੇ, ਹਾਂ ਦੱਸਿਓ ਹਾਂ ਜਰਾ ਅੱਜ ਕੈਂਪ ਕਿੱਥੇ ਲੱਗਣਾ ਚਾਵਲਾ ਜੀ। ਉਹ ਵੀ ਸੈਟਰਡੇ ਵਾਲੇ ਦਿਨ, ਉਹ ਬੰਦਾ ਰਾਤ ਨੂੰ 12:30 1 ਵਜੇ ਸ਼ੋਅ ਖਤਮ ਕਰਕੇ ਸੁੱਤਾ, 4:30 ਵਜੇ ਤੁਸੀਂ ਬੰਨ ਕੇ ਮਤਲਬ ਬੈਗ ਕਰਕੇ ਸ਼ਾਵਰ ਤੁਸੀਂ ਤਾਂ ਲੈ ਲਿਆ, ਰੱਬ ਦਾ ਨਾਂ ਤੁਸੀਂ ਤਾਂ ਸੌਂ ਗਏ ਟਾਈਮ ਨਾਲ। ਹਾਂਜੀ, ਤੁਸੀਂ ਤਾਂ ਖੇਚਲ ਵੀ ਨਹੀਂ ਕੀਤੀ ਵੀ ਲਿਖ ਲਈਏ ਹੈ ਨਾ। ਕੈਨ ਯੂ ਬਲੀਵ ਜੌਲ ਸਾਹਿਬ 4:30 ਵਜੇ? ਮੈਂ ਕਿਹਾ ਜੀ ਪਿਆਰ ਨਾਲ, ਮੈਂ ਕਿਹਾ ਜੀ ਤੁਸੀਂ ਟਾਈਮ ਦੇਖਿਆ ਕੀ ਹੋਇਆ? ਹਾਂ 4:30 ਹੋਏ ਆ। ਮੈਂ ਕਿਹਾ ਜੀ ਮੈਂ 1 ਵਜੇ ਬੈੱਡ 'ਤੇ ਪਿਆ ਰਾਤ ਦਾ ਸ਼ੋਅ ਕਰਕੇ। ਲੈ ਫਿਰ ਕਿਹੜੀ ਗੱਲ ਆ, ਲਿਖਾ ਦਿਓ ਕੀ ਹੋਣ ਲੱਗਾ। ਕੰਮ ਹਾਲ ਯਾਰ ਦੇਖੋ ਇਹ ਨਾ ਹੁਣ ਤਾਂ ਲਿਖਣ ਦੀ ਵੀ ਲੋੜ ਨਹੀਂ ਪੈਂਦੀ, ਫੋਨ ਦੇ ਵਿੱਚ ਪਿਆ ਹੁੰਦਾ ਭੇਜਿਆ ਸਾਡੇ ਵੱਲੋਂ, ਔਰ ਭੇਜਣਾ ਅਸੀਂ ਅਕਤੂਬਰ ਦੇ ਅੱਧ ਤੋਂ ਵੀ ਪਹਿਲਾਂ ਸ਼ੁਰੂ ਕਰ ਦਿੱਤਾ ਸੀਗਾ ਤੇ ਨਵੰਬਰ 'ਚ ਜਾ ਕੇ ਕੈਂਪ ਲੱਗਣੇ ਸ਼ੁਰੂ ਹੋਏ 6 ਨਵੰਬਰ ਨੂੰ ਜੀ ਜੀ, ਤੇ 28 ਨਵੰਬਰ ਤੱਕ ਲੱਗਣੇ ਆ। ਐਵਰੀ ਵੀਕ ਫੇਰ ਭੇਜਦੇ ਆ, ਫੋਨ ਦੇ ਵਿੱਚ ਪਿਆ। 20 ਤਰੀਕ ਨੂੰ ਲੱਗਣਾ, ਮੈਂ ਦੱਸਦਾ 20 ਤਰੀਕ ਨੂੰ ਲੱਗਣਾ, ਨੋਟ ਕਰ ਲਓ। 20 ਤਰੀਕ ਨੂੰ 10 ਵਜੇ ਤੋਂ ਲੈ ਕੇ 2 ਵਜੇ ਤੱਕ ਗੁਰਦੁਆਰਾ ਨਾਨਕਸਰ ਜੋ 64 ਟਿੰਬਰਲੇਨ ਡਰਾਈਵ ਬਰੈਂਪਟਨ ਦੇ, ਉੱਥੇ 20 ਤਰੀਕ ਨੂੰ ਸੈਟਰਡੇ ਆ ਉਦਣ ਲੱਗਣਾ। ਤੇ ਹਿੰਦੂ ਹੈਰੀਟੇਜ ਸੈਂਟਰ ਜਿਹੜਾ ਹੈ ਸੈਟਰਡੇ 27 ਤਰੀਕ ਨੂੰ ਲੱਗਣਾ। ਸਮਾਂ ਇਹਨਾਂ ਦਾ 10 ਤੋਂ 2 ਵਜੇ ਹੈ। ਹਿੰਦੂ ਹੈਰੀਟੇਜ ਸੈਂਟਰ ਮਿਸੀਸਾਗਾ ਦੇ ਵਿੱਚ ਹੈ। ਸੋ ਕੈਂਬਰਿਜ ਵਾਲੇ ਵੀ ਨੋਟ ਕਰ ਲਓ ਵੀ ਚਲੋ ਤੁਸੀਂ ਨਾ ਨਾਰਾਜ਼ ਹੋਇਓ, ਸੰਡੇ 28 ਨੂੰ ਹੋਣਾ 10 ਵਜੇ ਤੋਂ ਲੈ ਕੇ ਇੱਥੇ 1 ਵਜੇ ਤੱਕ ਰਹੇ, ਔਰ ਇਹ ਗੁਰਦੁਆਰਾ ਸਿੰਘ ਸਭਾ ਕੈਂਬਰਿਜ ਦੇ ਵਿੱਚ ਹੈ। ਸੋ ਇਹ ਸੀ ਸੂਚਨਾ ਇੰਡੀਅਨ ਕੌਂਸਲੇਟ ਆਫਿਸ ਵੱਲੋਂ ਜੋ ਲਾਈਫ ਸਰਟੀਫਿਕੇਟ ਦਿੱਤਾ ਜਾਂਦਾ ਹੈ। ਸੋ ਗੱਲ ਚੱਲੀ ਸੀ ਤੁਹਾਡੇ ਨੰਬਰ ਦੀ, ਤੁਹਾਡਾ ਨੰਬਰ ਮੈਂ ਦੇ ਦਿਆਂ 416 895 3784 ਤੇ ਕਾਲ ਕੀਤਾ ਜਾ ਸਕਦਾ ਹੈ। ਹਾਂਜੀ ਜੌਲ ਸਾਹਿਬ, ਜਿਹੜੀ ਹੁਣ 72 ਘੰਟੇ ਥੋੜਾ ਜਿਹਾ ਮੈਂਸ਼ਨ ਹੀ ਕਰ ਦਿਓ ਕਿ ਇਹ ਜਿਹੜਾ ਬਰੈਂਪਟਨ ਵਾਲਾ ਹੁਣ ਕੈਂਪ ਆ ਨਾ, ਇਹ ਫਿਰ ਸੀਜ਼ਨ ਦਾ ਆਖਰੀ ਕੈਂਪ ਹਾਂਜੀ। ਇਸ ਤੋਂ ਬਾਅਦ ਬਰੈਂਪਟਨ 'ਚ ਮੁੜ ਕੇ ਫਿਰ ਇਸ ਸਾਲ ਕੈਂਪ ਉਹਨਾਂ ਨੇ ਆਯੋਜਿਤ ਨਹੀਂ ਕਰਨਾ। ਨਾਨਕਸਰ ਗੁਰਦੁਆਰਾ ਇਹ ਹੋਏਗਾ। ਉਹ ਕਈ ਵਾਰੀ ਧੰਨਵਾਦੀ ਹੋਣ ਨੂੰ ਤਾਂ ਵੀ ਦਿਲ ਕਰਦਾ ਵੀ ਭੈਣ ਭਰਾ ਉਹ ਵੀ ਫੋਨ ਕਰਨਗੇ ਜਿਨ੍ਹਾਂ ਦੇ ਫੋਨ 'ਚ ਆਪਾਂ ਭੇਜਿਆ ਹੋਇਆ ਵੀ ਕਿਹੜਾ ਕੈਂਪ ਕਿੱਥੇ ਕਿਹੜੀ ਚੀਜ਼, ਸੋ ਉਹਨਾਂ ਨੇ ਫੋਨ ਖੋਲ ਕੇ ਨਹੀਂ ਦੇਖਣਾ। ਬਣਨੀ ਆਏ ਲਾਸਟ ਮੂਮੈਂਟ ਤੇ ਲੋੜ ਪੈਣੀ, ਫਿਰ ਉਹਨੇ ਫੋਨ ਹੀ ਕਰਨਾ ਵੀ ਹਾਂਜੀ ਦੱਸਿਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਐਨੀਵੇਜ਼ ਬਟ ਅਗਲਾ ਜਿਹੜਾ ਕੈਂਪ ਆ ਫਿਰ ਉਹ ਜੀ 27 ਨਵੰਬਰ ਨੂੰ ਮਿਸੀਸਾਗਾ ਦੇ ਵਿੱਚ ਹੋਏਗਾ। ਬਰੈਂਪਟਨ ਦਾ ਇਹ ਆਖਰੀ ਹੋਏਗਾ। ਚਲੋ ਜਿਹੜੀ ਹੁਣ ਆਪਾਂ ਬੱਚਿਆਂ ਲਈ ਵੈਕਸੀਨ ਬਾਰੇ ਗੱਲ ਕਰ ਲਈਏ, ਔਰ ਜਿਹੜਾ ਅਮਰੀਕਨ ਐਂਟਰੀ ਤੋਂ 72 ਘੰਟੇ ਵਾਲੀ ਜਿਹੜੀ ਆ ਮਤਲਬ PCR ਟੈਸਟ ਵਾਲੀ ਜਿਹੜੀ ਖਬਰ ਆ, ਉਹ ਤੇ ਥੋੜਾ ਜਿਹਾ ਚਾਨਣਾ ਪਾ ਦਿਓ, ਫਿਰ ਆਪਾਂ ਵਾਈਂਡ ਅਪ ਕਰਦੇ ਹਾਂ। ਬਿਲਕੁਲ ਚਾਵਲਾ ਜੀ, ਕੱਲ ਤੋਂ ਫਲੈਸ਼ ਹੋ ਰਹੀ ਹੈ ਨਿਊਜ਼ ਜੀ ਪਈ, ਜਿਹੜੀ ਇਹ ਟੈਸਟ ਨਾਲ ਬੜਾ ਕੋਸਟਲੀ ਲੋਕਾਂ ਨੂੰ ਪੈ ਰਿਹਾ ਆਉਣ ਜਾਣ ਵਾਸਤੇ ਬਾਰਡਰ ਤੋਂ, ਤੇ ਹੁਣ ਉਹ ਕਰਦਿਆਂ ਕਰਾਉਂਦਿਆਂ ਕੈਨੇਡੀਅਨ ਗਵਰਨਮੈਂਟ ਇੱਥੋਂ ਤੱਕ ਅਜੇ ਸ਼ੁਰੂਆਤੀ ਦੌਰ ਦੇ ਵਿੱਚ ਕਹ ਲਓ ਪਹੁੰਚੇ ਨੇ ਵੀ ਹੁਣ ਅਸੀਂ ਉਹ ਲੋਕ ਜਿਹੜੇ ਵੀ ਇੱਧਰੋਂ ਗਏ ਨੇ ਤੇ ਵਿਦਿਨ ਜਾਣੀ ਕਿ 72 ਆਵਰਸ ਉਹਨਾਂ ਨੇ ਵਾਪਸ ਵੀ ਆਉਣਾ, ਤੇ ਵੀ ਉਹਨਾਂ ਵਾਸਤੇ ਜਿਹੜਾ ਉੱਥੇ ਟੈਸਟ ਅਮਰੀਕਾ ਦੇ ਵਿੱਚ ਕਰਾਉਣ ਦੀ ਰਿਕੁਆਇਰਮੈਂਟ ਆ ਉਹ ਹਟਾ ਲਈ ਜਾਊਗੀ। ਸੋ ਇਹ ਸਿਰਫ ਮਤਲਬ ਅਮਰੀਕਾ ਨੂੰ ਆਉਣ ਜਾਣ ਵਾਸਤੇ ਹੋਏਗੀ। ਸੋ ਉਹ ਜਿਹੜੀ ਰਿਕੁਆਇਰਮੈਂਟ ਵੀ ਇੱਧਰੋਂ 'ਚ ਗਏ ਨੇ ਦੂਜੇ ਤੀਜੇ ਦਿਨ ਵਾਪਸ ਆਉਣਾ ਤੇ ਉਹ ਬਿਨਾਂ ਟੈਸਟ ਤੋਂ ਆ ਸਕਣਗੇ, ਬਟ ਜਿਨ੍ਹਾਂ ਨੇ ਵੀ ਉੱਥੇ ਲੋਂਗਰ ਪੀਰੀਅਡ ਆਫ ਟਾਈਮ ਦੇ ਲਈ ਸਟੇ ਕਰਨਾ US ਦੇ ਵਿੱਚ, ਉਹਨਾਂ ਨੂੰ ਵਾਪਸ ਆਉਂਦਿਆਂ ਅਜੇ ਵੀ ਟੈਸਟ ਕਰਾਉਣਾ ਪਏਗਾ। ਇਹਦੀ ਜਿਹੜੀ ਬਕਾਇਦਾ ਅਨਾਊਂਸਮੈਂਟ ਆ ਉਹ ਕੱਲ੍ਹ ਨੂੰ ਹੋ ਜਾਣ ਦੀ ਸੰਭਾਵਨਾ ਹੈਗੀ ਹੈ। ਇਹਦੇ ਨਾਲ ਹੀ ਜਾਣੀ ਕਿ ਜਿਹੜਾ ਇਹ ਬੱਚਿਆਂ ਵਾਸਤੇ ਤੁਸੀਂ ਕਹਿ ਰਹੇ ਹੋ ਵੀ ਆ ਰਹੀ ਹੈ ਵੈਕਸੀਨ, ਕਿਉਂਕਿ ਇਹਦੀ ਚਰਚਾ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਹੈ। ਬਹੁਤ ਸਾਰੇ ਬੱਚੇ ਪੇਰੈਂਟਸ ਉਡੀਕ ਵੀ ਰਹੇ ਨੇ ਵੀ ਕਦੋਂ, ਤੇ ਹੁਣ ਲੇਕਿਨ ਕਿ ਕੱਲ੍ਹ ਨੂੰ ਬਕਾਇਦਾ ਤੌਰ ਤੇ ਹੈਲਥ ਕੈਨੇਡਾ ਵੱਲੋਂ ਜਿਹੜੀ ਆ ਜੀ ਵੀ ਇਹ ਅਪਰੂਵ ਹੋ ਜਾਣ ਦੀ ਸੰਭਾਵਨਾ ਫਾਈਜ਼ਰ ਦੀ ਜਿਹੜੀ ਵੈਕਸੀਨ ਆ 5 ਤੋਂ ਲੈ ਕੇ 11 ਸਾਲ ਤੱਕ ਦੇ ਬੱਚਿਆਂ ਦੇ ਵਾਸਤੇ ਵੀ, ਕਿਉਂਕਿ 12 ਤੋਂ ਲੈ ਕੇ 17 ਸਾਲ ਦੇ ਬੱਚਿਆਂ ਨੂੰ ਤੇ ਆਲਰੇਡੀ ਲੰਘ ਰਹੀ ਆ। ਤੇ ਇਹ ਵੈਕਸੀਨ ਫਿਰ ਹੁਣ ਵੈਸੇ ਮੋਡਰਨਾ ਨੇ ਵੀ ਅਪਲਾਈ ਕੀਤਾ ਹੋਇਆ ਵੀ ਸਾਨੂੰ ਵੀ ਦਿਓ ਓਪਰਚੁਨਿਟੀ, ਸਾਡੀ ਵੀ ਵੈਕਸੀਨ ਜਿਹੜੀ ਉਹ ਠੀਕ ਹੈ। ਉਹਨਾਂ ਦਾ ਪ੍ਰੋਸੈਸ ਅਜੇ ਚੱਲ ਰਿਹਾ, ਪਰ ਹੈਲਥ ਕੈਨੇਡਾ ਦੀ ਇਹ GP ਅਪਰੂਵਲ ਮਿਲਣ ਤੋਂ ਬਾਅਦ ਵੈਕਸੀਨ ਬੱਚਿਆਂ ਵਾਸਤੇ ਹੁਣ ਅਗਲੇ ਹਫ਼ਤਿਆਂ ਦੇ ਦੌਰਾਨ ਪ੍ਰੋਵਿੰਸ ਵਾਈਡ ਜਿਹੜਾ GP ਕੈਨੇਡਾ ਦੇ ਵਿੱਚ ਇਹ ਤਿਆਰੀ ਕਰ ਲਈ ਜਾਣੀ ਆ ਵੀ ਬੱਚਿਆਂ ਨੂੰ ਕਿਸ ਤਰ੍ਹਾਂ ਰੋਲ ਆਊਟ ਇਹ ਵੈਕਸੀਨ ਲਾਉਣੀ ਸ਼ੁਰੂ ਕੀਤੀ ਜਾਣੀ ਹੈ। ਸੋ ਹੁਣ ਜਿਹੜੇ ਵੱਡੇ ਨਵੇਂ ਕੇਸਿਸ ਵੀ ਆ ਰਹੇ ਆ ਵੱਡੀ ਤਾਦਾਦ ਦੇ ਵਿੱਚ, ਸਮਝਾਇਆ ਜਾ ਰਿਹਾ ਸੀਗਾ ਵੀ ਛੋਟੀ ਉਮਰ ਦੇ ਬੱਚਿਆਂ ਦੇ ਵਿੱਚ ਭਾਵੇਂ ਉਹ ਰਿਕਵਰ ਕਰ ਜਾਂਦੇ ਨੇ। ਅੱਛਾ, ਬੱਚਿਆਂ ਦੀ ਉਮਰ ਦਾ ਕੋਈ ਹੈ ਅੰਦਾਜ਼ਾ? ਹਾਂਜੀ, 5 ਤੋਂ ਲੈ ਕੇ 11 ਸਾਲ ਤੱਕ ਦੇ ਜਿਹੜੇ ਬੱਚੇ,
ਨਵੇਂ ਕੇਸਿਸ ਜਾਣੀ ਇਹ ਟੀਨਏਜਰਸ ਦੇ ਵਿੱਚ ਜਾਂ ਫਿਰ 12 ਸਾਲ ਦੀ ਏਜ ਦੇ ਆਸ-ਪਾਸ ਦੇ ਵਿੱਚ ਜ਼ਿਆਦਾ ਜਿਹੜੇ ਉਹ ਨੋਟ ਕੀਤੇ ਜਾ ਰਹੇ ਆ। ਇਸ ਕਰਕੇ ਜਾਣ ਕੇ ਹੁਣ ਇਹ ਸਮਝਿਆ ਜਾ ਰਿਹਾ ਕਿ ਵੈਕਸੀਨ ਤੋਂ ਜੇ ਬੱਚਿਆਂ ਨੂੰ ਵੀ ਪ੍ਰੋਟੈਕਟ ਕੀਤਾ ਜਾਊਗਾ, ਜਿੱਥੇ ਉਹ ਉਹਦੇ ਨਾਲ ਸੇਫਰ ਹੋਣਗੇ, ਉਹਦੇ ਨਾਲ ਜਿਹੜਾ ਕਮਿਊਨਿਟੀ ਫੈਮਿਲੀ ਸਪਰੈਡ ਜਿਹੜਾ ਘਰਾਂ ਦੇ ਵਿੱਚ ਮਤਲਬ ਹੋ ਸਕਦਾ ਬੱਚਿਆਂ ਤੋਂ ਸੀਨੀਅਰਸ ਤੱਕ ਜਾ ਸਕਦਾ, ਕਿਉਂਕਿ ਸੀਨੀਅਰਸ ਨੂੰ ਜ਼ਿਆਦਾ ਖਤਰਾ ਹੁੰਦਾ। ਸੋ ਤਦ ਕਰਕੇ ਹਰ ਇੱਕ ਫੈਮਿਲੀ ਮੈਂਬਰ ਜਦੋਂ ਇਹ ਵੈਕਸੀਨ ਜਿਹੜੀ ਉਹਨਾਂ ਨੂੰ ਲੱਗ ਜਾਏਗੀ ਤੇ ਪ੍ਰੋਟੈਕਸ਼ਨ ਉਹਨਾਂ ਦੀ ਬੈਟਰ ਹੋ ਸਕਦੀ ਆ। ਫਿਰ ਜੇ ਕੋਵਿਡ ਹੋ ਵੀ ਜਾਵੇ ਤੇ ਫਿਰ ਮੌਤ ਦਾ ਖਤਰਾ ਬਹੁਤ ਮਿਨੀਮਲ ਰਹਿ ਜਾਂਦਾ। ਸੋ ਵੈਕਸੀਨ ਦਾ ਇਹ ਵੱਡਾ ਫਾਇਦਾ ਕਿ ਉਹਦੇ ਨਾਲ ਮੌਤ ਦਾ ਖਤਰਾ ਟਲਦਾ। ਜੀ ਆਪਾਂ ਦੇਖ ਰਹੇ ਹਾਂ ਵੀ ਮੌਤ ਦਾ ਤਾਂਡਵ ਜਿਹੜਾ ਦੁਨੀਆ ਦੇ ਵਿੱਚ ਵੈਕਸੀਨ ਜਿੱਥੇ ਵਧੀ ਆ ਉੱਥੇ ਰੁਕਿਆ ਵੀ ਆ। ਜੀ ਜਲ ਸਾਹਿਬ, ਵੈਸੇ ਤਾਂ ਵਰਲਡ ਵਾਈਡ ਹੀ ਮਹਿੰਗਾਈ ਹੈ, परंतु ਜਦੋਂ महंगाई की गल करते हैं गीत ऐसी पहले मुट्ठी में पैसे लेकर थैला भर शक्कर लाते थे, अब थाले में पैसे जाते हैं मुट्ठी भर शक्कर आती है। क्या बात, कितनी पुरानी गल है। हाँ जी, छोटे छोटे होंदे सी उस वक्त फिल्म आई सी रोटी कपड़ा और मकान, मेरे ख्याल च। अज महंगाई भावें वर्ल्ड वाइड है, पर इन्हां कंट्रियां दे विच महंगाई जदों हुंदी है तां आपोजिशन दा ਉਹ ਰੋਲ ਨਹੀਂ ਹੁੰਦਾ ਜਿਵੇਂ ਸਾਡੇ ਭਾਰਤ ਦੇ ਵਿੱਚ ਆਪੋਜੀਸ਼ਨ ਰੋਲ ਨਿਭਾਉਂਦੀ ਹੈ। ਲੈ ਕੇ ਉੱਥੇ ਸਿਲੰਡਰ ਬਹਿ ਜਾਂਦੇ ਨੇ, ਵਿਖਾਵਾ ਜੋ ਨਟੰਕੀ ਉਹ ਕਰਦੇ ਨੇ ਨਾ ਉੱਤੇ, ਤੇ ਉੱਤੇ ਬਲਦੀ ਤੇ ਤੇਲ ਉੱਥੋਂ ਦਾ ਜਿਹੜਾ ਉਹਨਾਂ ਦਾ ਗੋਦੀ ਮੀਡੀਆ ਹੁੰਦਾ ਹੈ ਦੋਨਾਂ ਤਰ੍ਹਾਂ ਦਾ, ਹਾਂਜੀ, ਜਿਹਨੂੰ ਉਹ ਗੋਦ 'ਚ ਬਿਠਾ ਕੇ ਤੇ ਸਾਰਾ ਕੁਝ ਹੀ ਛਕਾਉਂਦੀਆਂ ਨੇ। ਉਹ ਜਿੰਨਾ ਰੋਲ ਨਿਭਾਉਂਦਾ ਨਾ ਉਹ ਵੇਖਣ ਵਾਲਾ ਹੁੰਦਾ। ਮਹਿੰਗਾਈ ਤਾਂ ਵੈਸੇ ਵਰਲਡ ਵਾਈਡ ਹੀ ਹੈ, ਕੋਈ ਦੋ ਰਾਵਾਂ ਨਹੀਂ ਕਿ ਕੈਨੇਡਾ ਦੇ ਵਿੱਚ ਮਹਿੰਗਾਈ ਜਿਹੜੀ ਹੈ ਨਹੀਂ। ਹੁਣ $100 ਦੀ ਕੋਈ ਵਕਤ ਹੀ ਨਹੀਂ ਰਹਿ ਗਈ। ਇੱਕ ਸਮਾਂ ਹੁੰਦਾ ਸੀ $100 ਤੜਾਉਣ ਨੂੰ ਦਿਲ ਨਹੀਂ ਸੀ ਕਰਦਾ, $10-20 ਦੇ ਨਾਲ ਹੀ ਗਰੋਸਰੀ ਇੰਨੀ ਕੁ ਆ ਜਾਂਦੀ ਸੀ, ਜਾਂ ਛੋਟੇ ਛੋਟੇ ਨੋਟ ਹੁੰਦੇ ਸੀਗੇ। ਹਾਂਜੀ, ਤੁਸੀਂ ਅਜੇ ਵੀ ਵੇਖ ਲਓ, ਪਰ ਹੁਣ $100 ਲੈ ਕੇ ਤੁਸੀਂ ਜਾਓ ਕਿਤੇ ਵੱਡੇ ਸਟੋਰ 'ਚ ਵੜ ਜਾਓ, ਕੁਝ ਵੀ ਨਹੀਂ ਆਉਂਦਾ। ਮਹਿੰਗਾਈ ਇੱਥੇ ਵੀ ਦਿਨ ਬ ਦਿਨ ਵੱਧ ਰਹੀ ਹੈ, ਬੜੀ ਜ਼ਰੂਰੀ ਹੈ। ਤੇ ਗੱਲ ਕਰ ਲਈਏ ਇੱਕ ਅੱਧਾ ਮਿੰਟ ਪਲੀਜ਼। ਹਾਂਜੀ, ਨਹੀਂ ਬਿਲਕੁਲ, ਦੇਖੋ ਵੀ ਇਹ ਮਹਿੰਗਾਈ ਖਾਸ ਤੌਰ ਤੇ ਕਰੋਨਾ ਵਾਇਰਸ ਦੇ ਦੌਰਾਨ ਤੇ ਛੜੱਪੇ ਮਾਰ ਰਫ਼ਤਾਰ ਦੇ ਨਾਲ ਇਹ ਵਧੀ ਆ। ਗੈਸ ਦੀ ਪ੍ਰਾਈਸ ਹੁਣ ਤੁਸੀਂ ਦੇਖ ਲਓ, ਜਿੱਥੇ ਕਰੋਨਾ ਵਾਇਰਸ ਦੇ ਸ਼ੁਰੂ ਦੇ ਵਿੱਚ ਸਭ ਕੁਝ ਬੰਦ ਹੀ ਹੋ ਗਿਆ ਸੀ ਨਾ, ਚੱਲੀ ਚਲੋ ਗੈਸ ਦੀ ਲੋੜ ਹੀ ਨਾ ਰਹੀ, ਪਰ ਹੁਣ ਜਦੋਂ ਲੋੜ ਪਈ ਆ ਤੇ ਫਿਰ $1.5 ਦੇ ਕਰੀਬ ਜਿਹੜਾ ਇਹ ਪਹੁੰਚਿਆ ਹੋਇਆ ਪਰ ਲੀਟਰ। ਪਰ ਉਹ ਜਿਹੜੀ ਸੀ ਵੀ ਇਕੱਲੀ ਗੈਸ ਦੀ ਮਹਿੰਗਾਈ ਨਹੀਂ ਵੀ ਉੱਥੇ ਗੱਲ ਮੁੱਕ ਗਈ, ਉਹਦੇ ਨਾਲ ਟਰਾਂਸਪੋਰਟੇਸ਼ਨ ਸੈਕਟਰ ਜਿਹੜਾ ਸਾਰਾ ਜੁੜਿਆ ਹੋਇਆ, ਸਪਲਾਈ ਚੇਨ ਜਿਹੜੀ ਆ, ਜਦੋਂ ਟਰਾਂਸਪੋਰਟੇਸ਼ਨ ਮਹਿੰਗੀ ਹੋ ਗਈ ਤੇ ਉਹ ਪ੍ਰਾਈਸਿਸ ਤਾਂ ਨੈਚੁਰਲੀ ਅੱਜ ਅਫੈਕਟ ਹੋਣਗੀਆਂ। ਪਰ ਹੁਣ ਜਿਹੜੀ ਸੀ ਵੀ ਉੱਥੋਂ ਏਸ਼ੀਆ ਤੋਂ ਖਾਸ ਤੌਰ ਤੇ ਚਾਈਨਾ ਵਗੈਰਾ ਦੇਸ਼ ਤੋਂ ਜਿਹੜਾ ਉਧਰੋਂ ਜਾਣੀ ਕਿ ਆਉਂਦਾ ਸੀਗਾ ਸਾਰਾ ਇੱਥੇ ਸਪਲਾਈ ਚੇਨ ਨੂੰ ਮੇਨਟੇਨ ਕਰਨ ਦੇ ਲਈ ਸਮਾਨ ਸ਼ਿਪਸ ਦੇ ਵਿੱਚ ਲੱਦ ਹੋ ਕਰਕੇ ਵੀ ਉਹਦੇ ਵਿੱਚ ਵੀ ਉੱਥੇ ਰੁਕਾਵਟਾਂ ਪਈਆਂ, ਉਹਦੇ ਨਾਲ ਡਿਲੇਡ ਸਮਝਿਆ ਜਾਂਦਾ ਵੀ ਹੋਇਆ ਸਾਰਾ ਸਿਸਟਮ। ਪਰ ਲੇਕਿਨ ਕਿ ਹੁਣ ਜਿਹੜਾ ਇਹ ਭਾਵੇਂ ਟੈਂਪਰੇਰੀ ਸਮਝੋ ਕਿ ਜੋ ਕੁਝ BC ਦੇ ਵਿੱਚ ਸਿਚੁਏਸ਼ਨ ਬਣੀ ਹੋਈ ਆ ਵੀ ਰੋਡ ਕੋਈ ਸੜਕ ਬਚੀ ਨਹੀਂ ਜਿਹੜੀ ਕਿ ਉਧਰ ਵੈਨਕੂਵਰ ਬੰਦਰਗਾਹ ਤੋਂ ਸਮਾਨ ਚੁੱਕ ਕੇ ਬਾਈ ਰੋਡ ਇੱਧਰ ਨੂੰ ਟਰਾਂਸਪੋਰਟ ਹੋਵੇ, ਸੋ ਉਹਦੇ ਨਾਲ ਵੀ ਟੈਂਪਰੇਰੀਲੀ ਲੱਗ ਰਿਹਾ ਜੀ ਜਿਹੜਾ ਵੀ ਸਪਲਾਈ ਚੇਨ ਜੇ ਅਫੈਕਟ ਹੋਊਗੀ ਤੇ ਪ੍ਰਾਈਸਿਸ ਜਿਹੜੀਆਂ ਉਹ ਥੋੜ੍ਹੀ ਬਹੁਤੀਆਂ ਹੋਰ ਉਹਦੇ ਨਾਲ ਪ੍ਰਭਾਵਿਤ ਹੋ ਸਕਦੀਆਂ, ਕਿਉਂਕਿ ਡਿਮਾਂਡ ਤੇ ਸਪਲਾਈ ਦਾ ਰੂਲ ਆ ਜਿਹੜਾ ਜੀ ਜਿੱਥੇ ਡਿਮਾਂਡ ਘਟਦੀ ਹੈ, ਡਿਮਾਂਡ ਮਤਲਬ ਜੇ ਬਰਕਰਾਰ ਵੀ ਰਹਿੰਦੀ ਆ ਤੇ ਪ੍ਰਾਈਸਿਸ ਤੇ ਫਿਰ ਵੀ ਵੱਧਦੀਆਂ ਰਹਿੰਦੀਆਂ ਨੇ। ਪਰ ਜੇ ਸਪਲਾਈ ਰੁਕਦੀ ਆ, ਡਿਮਾਂਡ ਤੇ ਰਹਿੰਦੀ ਆ, ਤੇ ਉਹਦੇ ਨਾਲ ਫਿਰ ਨੈਚੁਰਲੀ ਲੱਗਦਾ ਹੁੰਦਾ ਸ਼ਾਰਟ ਟਰਮ ਦੇ ਲਈ ਵੀ ਡਿਮਾਂਡ ਜਿਹੜੀ ਵੱਧ ਗਈ ਆ ਤੇ ਪ੍ਰਾਈਸਿਸ ਜਿਹੜੀਆਂ ਚੁੱਕ ਦਿੱਤੀਆਂ ਜਾਂਦੀਆਂ। ਸੋ ਇਹ ਕਰਕੇ ਅੱਜ ਵੀ ਆਪਾਂ ਦੇਖ ਰਹੇ ਹਾਂ ਵੀ ਪ੍ਰਾਈਸਿਸ ਤਾਂ ਜਿਉਂ ਹੀ ਜਿਨ੍ਹਾਂ ਲੋਕਾਂ ਨੇ ਵੀ ਆਪੋ ਆਪਣੇ ਜੀਵਨ ਦੇ ਵਿੱਚ ਹੋਸ਼ ਸੰਭਾਲੀ ਹੋਊਗੀ ਉਹਨਾਂ ਨੇ ਕਦੀ ਥੱਲੇ ਜਾਂਦੀਆਂ ਨਹੀਂ ਦੇਖੀਆਂ, ਮਹਿੰਗਾਈ ਤੇ ਰਹੀ ਸਦਾ ਹੀ ਵੱਧਦੀ ਜੀ। ਪਰ ਆਹ ਜਿਹੜੀ ਵੀ ਹੁਣ ਕੋਵਿਡ ਕਰਕੇ ਮਹਿੰਗਾਈ ਜਿਹੜੀ ਵੀ ਹਰ ਇੱਕ ਵਸਤਾਂ ਦੀ ਖਾਸ ਤੌਰ ਤੇ ਗਰੋਸਰੀ ਜਿਹੜਾ ਜੀ ਵੀ ਇੰਨੀ ਮਹਿੰਗੀ ਹੋਈ ਪਈ ਹੈ, ਕਿਉਂਕਿ ਸਾਡੀ ਡਿਪੈਂਡੈਂਸੀ ਜਿਹੜੀ ਗੁਆਂਢੀ ਮੁਲਕ ਦੇ ਨਾਲ ਹੋਣ ਕਰਕੇ ਸਪਲਾਈ ਚੇਨ ਹੈ ਜਿਹੜੀ ਵੀ ਮੇਨਟੇਨ ਰੱਖਣ ਦੇ ਵਿੱਚ ਕਈ ਕਾਰਨਾਂ ਕਰਕੇ ਮੁਸ਼ਕਲਾਂ ਜਿਹੜੀਆਂ ਪੇਸ਼ ਆਈਆਂ ਨੇ। ਲੰਬਰ ਦੀ ਖਾਸ ਤੌਰ ਤੇ ਲੱਕੜੀ ਦੀ ਘਰਾਂ ਦੀ ਜਿੰਨਾ ਵੀ ਇਹ ਸਮਾਨ ਮਹਿੰਗਾ ਹੋਇਆ ਪਿਆ, ਸੋ ਇਹਨੂੰ ਟੈਂਪਰੇਰੀਲੀ ਦੱਸਿਆ ਜਾ ਰਿਹਾ ਸੀਗਾ, ਪਰ ਹੁਣ ਇਹ BC ਦੀ ਸਿਚੁਏਸ਼ਨ ਦੇ ਨਾਲ ਥੋੜੀ ਇਹ ਪ੍ਰੋਲੋਂਗ ਹੋ ਸਕਦੀ ਹੈ। ਅੱਛਾ, ਜਿਹੜੀ ਆਪਾਂ ਜੇ BC ਦੀ ਗੱਲ ਕੀਤੀ ਹੈ ਤਾਂ ਉੱਥੇ ਹੜ੍ਹਾਂ ਕਾਰਨ ਜਿਹੜੀ ਤਬਾਹੀ ਹੈ, ਉੱਥੇ ਕੁਝ ਮੌਤਾਂ ਹੋਣ ਦੀ ਵੀ ਖਬਰ ਹੈ, ਐਮਰਜੈਂਸੀ ਵੀ ਐਲਾਨੀ ਗਈ ਹੈ। ਸਭ ਤੋਂ ਮਹੱਤਵਪੂਰਨ ਜਿਹੜੀ ਗੱਲ ਹੈ ਕਿ ਲੋਕਾਂ ਦਾ ਉੱਥੇ ਸਾਥ ਦੇ ਰਹੇ ਨੇ, ਇਨਸਾਨੀਅਤ ਜਿਹੜੀ ਹੈ ਉੱਥੇ ਆਪਣਾ ਫਰਜ਼ ਨਿਭਾ ਰਹੀ ਹੈ। ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਲੰਗਰ ਤਿਆਰ ਹੋ ਕੇ ਲੋੜੀਂਦੀਆਂ ਵਸਤੂਆਂ ਜਿਹੜੀਆਂ ਨੇ ਉਹ ਪਹੁੰਚਾਈਆਂ ਜਾ ਰਹੀਆਂ ਨੇ, ਔਰ ਸਾਡੀ ਸਰਕਾਰ ਵੱਲੋਂ ਕੋਈ ਖਾਸ ਅਨਾਉਂਸਮੈਂਟ ਹੋਈ ਹੋਵੇ ਇਹਦੇ ਬਾਰੇ? ਦੇਖੋ ਜੀ, ਪ੍ਰਾਈਮ ਮਿਨਿਸਟਰ ਜਦੋਂ ਇੱਥੇ ਸੀਗੇ ਉਹ ਲਗਾਤਾਰ ਇਨ ਟੱਚ ਰਹੇ ਆ BC ਦੇ ਪ੍ਰੀਮੀਅਰ ਜੌਨ ਹੌਰਗਨ ਦੇ ਨਾਲ ਵੀ, ਤੇ ਹੁਣ ਉੱਥੇ US ਦੇ ਵਿੱਚ ਵੀ ਜਾ ਕੇ ਉਹਨਾਂ ਨੇ ਰਿਵਿਊ ਕੱਲ ਸ਼ਾਮੀ 8 ਵਜੇ ਕੀਤਾ ਸੀਗਾ। ਤੇ ਉਸ ਲਿਹਾਜ਼ ਨਾਲ ਇਹ ਆ ਜੀ ਵੀ ਫੈਡਰਲ ਗਵਰਨਮੈਂਟ ਵੱਲੋਂ ਖੁੱਲ੍ਹਾ ਹੱਥ ਹੈ BC ਨੂੰ ਕਿ ਜੋ ਵੀ ਸਪੋਰਟ ਦੀ ਲੋੜ ਹੋਵੇ, ਇਨਕਲੂਡਿੰਗ ਫੌਜਾਂ ਵੀ ਹੋਰ ਵੀ ਤਿਆਰ ਰੱਖੀਆਂ ਜਾ ਰਹੀਆਂ ਜੇ ਉੱਥੇ ਬਚਾਓ ਕਾਰਜਾਂ ਦੀ ਲੋੜ ਹੋਵੇ ਤਾਂ। ਪਰ ਦੂਸਰੇ ਪਾਸੇ ਇਹ ਆ ਜੀ ਕਿ ਮਨੁੱਖ ਦਾ ਤੇ ਕੰਮ ਆਉਣਾ, ਇਹ ਸਿੱਖ ਕੌਮ ਦਾ ਸਦਾ ਸੁਭਾਅ ਰਿਹਾ। ਉਸ ਪੱਖੋਂ ਜੋ ਪਹਿਲ ਜਿਹੜੀ ਹੈ ਜੀ ਸਿੱਖ ਕੌਮ ਨੇ ਕੀਤੀ ਹੈ ਨਾ ਪਹਿਲ, ਉੱਥੇ ਜਿਹੜੇ ਹੁਣ ਸਿੱਖਾਂ ਨੇ ਉਹ ਆਪਣਾ ਫਰਜ਼ ਪਛਾਣਦੇ ਆ
ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲੰਗਰਾਂ ਜਿਹੜੀਆਂ ਜੀਪੀ ਉਹਨਾਂ ਦਾ ਤੁਰੰਤ ਜਿਹੜਾ ਪ੍ਰਬੰਧ ਕੀਤਾ, ਹੈਲੀਕਾਪਟਰ ਤੱਕ ਰੈਂਟ ਤੇ ਲੈ ਕੇ ਜਿਹੜਾ ਜੀਪੀ ਪਹੁੰਚਾਇਆ ਜਾ ਰਿਹਾ ਸਮਾਨ ਲੋੜਵੰਦ ਲੋਕਾਂ ਤੱਕ। ਸੋ ਇਸ ਪੱਖ ਤੋਂ ਰਣਜੀਤ ਸਿੰਘ ਦੁਲਾਹਾ ਦੇ ਨਾਲ ਰਾਤੀ ਮੇਰੀ ਗੱਲ ਹੋ ਰਹੀ ਸੀ ਵੀ ਪੂਰੇ ਕੈਨੇਡਾ ਦੇ ਵਿੱਚ ਸਿੱਖ ਕੌਮ ਬਹੁਤ ਵੱਡੀ ਮਦਦ ਕਰ ਸਕਦੀ ਹੈ ਇਸ ਤਰੀਕੇ ਦੇ ਨਾਲ ਲੋੜਵੰਦਾਂ ਦੇ ਲਈ ਸਦਾ ਤਿਆਰ ਬਰ ਤਿਆਰ ਜਿਹੜਾ ਜੀ ਖੜਿਆ ਜਾਂਦਾ। ਸੋ ਕੁੱਲ ਮਿਲਾ ਕੇ ਇਹ ਹੈ ਜੀ ਕਿ ਜੋ ਵੀ ਸੰਦੇਸ਼ ਇਸ ਵੇਲੇ ਇੱਕ ਪਾਸੇ ਗੁਰੂ ਨਾਨਕ ਦੇਵ ਜੀ ਦਾ ਇਹ ਮਨਾ ਰਹੇ ਹਾਂ ਗੁਰਪੁਰਬ ਪ੍ਰਕਾਸ਼ ਦਿਹਾੜਾ, ਪਰ ਇਹਦੇ ਨਾਲ ਹੀ ਫਿਰ ਉਹਨਾਂ ਵੱਲੋਂ ਜਿਹੜੇ ਦਿੱਤੇ ਹੋਏ ਸੰਦੇਸ਼ ਉਹਨਾਂ ਦੇ ਸਦਕਾ ਹੀ ਮੈਂ ਸਮਝਦਾ ਜੀ ਵੀ ਇੰਨਾ ਉਦਮ ਆ ਜਿਹੜਾ ਕੌਮ ਦੇ ਵਿੱਚ ਸਦਾ ਬਰਕਰਾਰ ਰਹਿੰਦਾ ਕਿ ਇਹ ਮਨੁੱਖਤਾ ਦੇ ਕੰਮ ਆਉਣ ਵਾਲਾ ਜਿਹੜਾ ਜੀ ਆਪਣਾ ਅਸੂਲ ਹੈ ਉਸ ਤੇ ਕਾਇਮ ਰਹਿੰਦੇ। ਜੋ ਕੁਝ ਵੀ ਇਸ ਵੇਲੇ ਪ੍ਰਗਟਾਵਾ ਉੱਥੋਂ ਦੀਆਂ ਸੰਗਤਾਂ ਵੱਲੋਂ ਕੀਤਾ ਜਾ ਰਿਹਾ ਉਸ ਦੇ ਲਈ ਅਸੀਂ ਆਪਾਂ ਸਾਰੇ ਉਹਨਾਂ ਦਾ ਧੰਨਵਾਦ ਵੀ ਕਰੀਏ। ਤੇ ਇਹਦੇ ਨਾਲ ਹੀ ਚੱਲਦਾ ਜੀ ਵੀ ਥੋੜਾ ਜਿਹਾ ਇਹ ਡਿਕਸੀ ਰੋਡ ਗੁਰਦੁਆਰਾ ਸਾਹਿਬ ਵੱਲੋਂ ਇਹ ਦੱਸ ਰਹੇ ਸੀਗੇ ਰਣਜੀਤ ਸਿੰਘ ਢੁੱਲੇ ਵੀ ਜੇ ਗੁਰਦੁਆਰਾ ਸਾਹਿਬ ਦੇ ਵਿੱਚ ਆਉਣਾ ਨਾ ਗੁਰਪੁਰਬ ਦੇ ਮੌਕੇ ਤੇ ਕਾਫੀ ਸੰਗਤਾਂ ਵੱਡੀ ਤਾਦਾਦ ਦੇ ਵਿੱਚ ਆਉਂਦੀਆਂ ਨੇ ਵੀ ਉੱਥੇ ਉਹਨਾਂ ਨੇ ਵਿਸ਼ੇਸ਼ ਸਮਾਗਮ ਉਲੀਕੇ ਆ, ਪਰ ਉੱਥੇ ਕੋਈ ਆਤਿਸ਼ਬਾਜ਼ੀ ਪਟਾਕੇਬਾਜ਼ੀ ਕਰਨ ਦੀ ਖੁੱਲ੍ਹ ਨਹੀਂ ਹੈਗੀ, ਨਾ ਉੱਥੇ ਮੋਮਬੱਤੀਆਂ ਜਗਾਈਆਂ ਜਾਣ, ਨਾ ਉੱਥੇ ਦੀਵੇ ਜਗਾਏ ਜਾਣ। ਇਹ ਵੀ ਉਹ ਦੱਸ ਰਹੇ ਸੀਗੇ ਵੀ ਉੱਥੇ ਨਿਸ਼ਾਨ ਸਾਹਿਬ ਦੇ ਲਾਗੇ ਦੀਵਾਲੀ ਦੇ ਮੌਕੇ ਤੇ ਮਤਲਬ ਰੋਕਦਿਆਂ ਹਟੇ ਨਹੀਂ ਲੋਕ, ਜਾਣੀ ਕਿ ਉੱਥੇ ਦੀਵੇ ਬਾਲਣੋਂ ਤੇ ਤੇਲ ਜਿਹੜਾ ਡੋਲਣ ਤੋਂ ਜੀ। ਤੇ ਤਦ ਕਰਕੇ ਇਹ ਹੈ ਜੀ ਵੀ ਇਹ ਦੀਵੇ ਮੋਮਬੱਤੀਆਂ ਕਹਿੰਦੇ ਵੀ ਨਾ ਬਾਲੋ ਤੇ ਲੰਗਰ ਹਾਲ ਜਿਹੜਾ ਇਸ ਵਾਰ ਦੀਵਾਲੀ ਤੇ ਬੰਦ ਰੱਖਿਆ ਗਿਆ। ਜਦੋਂ ਪ੍ਰਬੰਧਕ ਸਾਹਿਬਾਨ ਰੋਕਦੇ ਨੇ ਨਾ, ਮੈਂ ਇੱਕ ਦਿਨ ਬੋਲਿਆ ਸੀ ਤੇ ਮਤਲਬ ਬੁਰਕੀ ਵਾਲੀ ਗੱਲ ਜਿਹੜੇ ਹੁੰਦੇ ਨੇ ਨਾ, ਜਿਹੜੇ ਮੈਂ ਲੰਗਰ ਦੀ ਤੁਸੀਂ ਗੱਲ ਕੀਤੀ ਤੇ ਲੰਗਰ ਜੀਵੀ ਵੀ ਕਿਹਾ ਗਿਆ ਸਿੱਖਾਂ ਨੂੰ, ਹਨਾ, ਲੰਗਰ ਜੀਵੀ। ਮਤਲਬ ਵੇਖੋ ਮਾਨਸਿਕਤਾ ਵੇਖੋ ਕਿੰਨਾ ਜ਼ਹਿਰ ਭਰਿਆ ਗਿਆ ਕੁਝ ਸਾਲਾਂ ਦੇ ਵਿੱਚ। ਕਹਿੰਦੇ ਗੁਰਦੁਆਰਾ ਸਾਹਿਬ ਤੇ ਜਾ ਕੇ ਲੰਗਰ ਮੰਗਣਾ ਪੈਂਦਾ, ਮੰਗਣਾ। ਉਹ ਯਾਰ ਉਹ ਤਾਂ ਪ੍ਰਸ਼ਾਦਾ ਹੈ, ਲੰਗਰ ਨਹੀਂ ਤੇ ਪ੍ਰਸ਼ਾਦ ਮਿਲਦਾ। ਉਹ ਤੇ ਜਿਹੜਾ ਵਰਤਾਉਣ ਵਾਲਾ ਕੋਈ ਅਸਲੀ ਗੁਰੂ ਦਾ ਸਿੱਖ ਹੋਵੇ ਕਹਿੰਦਾ ਵਾਹਿਗੁਰੂ ਜੀ ਪ੍ਰਸ਼ਾਦਾ, ਫੁਲਕਾ ਵਾਹਿਗੁਰੂ ਜੀ, ਪ੍ਰਸ਼ਾਦਾ ਵਾਹਿਗੁਰੂ ਜੀ। ਉਹ ਵਾਹਿਗੁਰੂ ਤੁਹਾਨੂੰ ਵਾਹਿਗੁਰੂ ਦਾ ਰੂਪ ਮੰਨ ਕੇ ਤੁਹਾਨੂੰ ਉਹ ਪ੍ਰਸ਼ਾਦਾ ਦੇ ਰਿਹਾ ਕਿ ਉਹਦੀ ਕਿਰਪਾ ਦੇ ਨਾਲ ਤਿਆਰ। ਉਹਨਾਂ ਨੂੰ ਵੀ ਕ੍ਰਿਟੀਸਾਈਜ਼ ਕਰਨ, ਵੇਖੋ ਕਿੰਨਾ ਨਫ਼ਰਤ, ਕਿੰਨੀ ਜ਼ਹਿਰ ਹੈ ਕੁਝ ਫਿਰਕੇ ਦੇ ਲੋਕਾਂ ਦੇ ਵਿੱਚ। ਲੰਗਰ ਜੀਵੀ ਤੱਕ ਪੁਕਾਰਿਆ ਗਿਆ। ਮੈਂ ਉਹ ਦਿਨ ਗੱਲ ਕੀਤੀ ਤੇ ਕੁਝ ਲੋਕ ਹੁੰਦੇ ਨੇ, ਤੁਹਾਨੂੰ ਪਤਾ ਵੀ ਇਹਨਾਂ ਗੱਲਾਂ ਨੂੰ ਚੰਗਾ ਨਹੀਂ ਲੱਗਦਾ, ਉਹ ਸਾਨੂੰ ਇੱਕ ਅੱਖ ਨਾਲ ਹੀ ਵੇਖਣਾ ਹੁੰਦਾ ਉਹਨਾਂ ਨੇ। ਬਟ ਮੈਂ ਗੱਲ ਕੀਤੀ ਕਿ ਜਦੋਂ ਗੁਰਦੁਆਰਾ ਸਾਹਿਬ ਆਉਣ ਵਾਲੇ ਸਾਰੇ ਗੁਰਦੁਆਰਾ ਸਾਹਿਬ ਨੇ ਕੋਈ ਗੱਲ ਕਹਿੰਦੀ ਨਾ ਵੀ ਇੰਜ ਨਹੀਂ ਤੇ ਇੰਜ ਕਰੋ, ਜਾਂ ਮੰਦਿਰ ਦੇ ਪ੍ਰਧਾਨ ਇੰਜ ਨਹੀਂ ਤੇ ਇੰਜ ਕਰੋ, ਤੇ ਲੋਕ ਟੁੱਟ ਕੇ ਪੈ ਜਾਂਦੇ ਗੱਲ। ਮੈਂ ਵੇਖਿਆ ਕਈ ਵਾਰੀ। ਹਾਂਜੀ, ਉਹ ਕਹਿੰਦੇ ਜੀ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਨਾਲ ਹੱਸੀ ਵੀ ਗਏ ਸਾਡੇ ਵੱਲ ਲੋਕ ਦੇਖ ਕੇ, ਤੇ ਨਾਲ ਉੱਥੇ ਤੇਲ ਡੋਲੀ ਵੀ ਗਏ। ਹਾਂ, ਹੱਸੀ ਵੀ ਗਏ, ਚੜਾਉਂਦੇ ਨੇ, ਭੇਜੇ ਜਾਂਦੇ ਨੇ ਜਾਣ ਬੁੱਝ ਕੇ ਵੀ ਤੁਸੀਂ ਕਰੋ, ਤੁਹਾਨੂੰ ਰੋਕਣਗੇ ਤੇ ਆਪਾਂ ਇਸ਼ੂ ਬਣਾਵਾਂਗੇ। ਹਾਂਜੀ, ਤੇ ਫਿਰ ਜਿਹਨੇ ਘਰ ਵਾਲੀ ਨੂੰ ਕਿਤੇ ਮਤਲਬ ਘਰ ਵਾਲੀ ਕਹਿਤਾ, ਘਰਦਿਆਂ ਨੂੰ ਕਿਤੇ ਉਹੀ ਨਹੀਂ ਕਿਹਾ ਹੁੰਦਾ ਨਾ, ਕਦੇ ਕੁੱਤੇ ਨੂੰ ਸੋਟਾ ਨਹੀਂ, ਉਹ ਵੀ ਮੇਰੇ ਵਰਗਾ ਟਾਕ ਸ਼ੋ ਕਰਨ ਦਿਆ ਹੁੰਦਾ ਫਿਰ ਸਿੱਖਾਂ ਦੇ ਮਸਲੇ ਦੇ ਉੱਤੇ ਵੀ 4 ਕਾਲਾਂ ਲੈ ਲਈਏ, ਸਾਰੀ TRP ਵੱਧ ਜੂਗੀ। ਬੱਲੇ ਬੱਲੇ, ਬੜਾ ਵਧੀਆ ਹੋਸਟ ਹੈ। ਉੱਦਾਂ ਮੇਰੇ ਵਰਗੇ ਭਾਵੇਂ ਮਾਈਕ ਤੇ ਥੁੱਕ ਕੇ ਭਰਿਆ ਹੋਵੇ, ਮਾਈਕ ਸਮੈਲ ਆਉਂਦੀ ਹੋਵੇ ਵਿੱਚ, ਉਹ ਵੀ ਟਾਕ ਸ਼ੋ ਕਰਨ ਲੱਗਾ ਹੁੰਦਾ। ਉਹ ਕਹਿੰਦੇ ਜੀ ਵੀ ਜੇ ਹੁਣ ਇੱਥੇ ਅਸੀਂ ਸੂਏ ਵਾਲੇ ਖੜੇ ਕਰ ਦਿੱਤੇ ਜਿੱਦਾਂ ਅੰਮ੍ਰਿਤਸਰ ਖੜੇ ਹੁੰਦੇ ਆ, ਫੇਰ ਕਹਿਣਾ ਵੇਖ, ਫੇਰ ਕਹਿੰਦੇ ਤੁਸੀਂ ਮਤਲਬ ਮਾਲਕ ਹੋ, ਜੇ ਚੰਗੀ ਗੱਲ ਸਮਝਾਉਣ ਦੀ ਕੋਈ ਚੰਗੀ ਗੱਲ ਤੱਕ ਸਮਝਾ ਨਹੀਂ ਨਾ ਸਕਦੇ ਤੁਸੀਂ। ਚਲੋ ਐਨੀਵੇ, ਪ੍ਰਕਾਸ਼ ਅੰਦਰ ਕਰਨਾ, ਬਾਹਰ ਮੋਮਬੱਤੀਆਂ ਦਾ ਪ੍ਰਕਾਸ਼ ਬਹੁਤ ਹੈ। ਮੈਂ ਤੁਹਾਨੂੰ ਕਿਹਾ ਜੀ, ਬਾਬੇ ਨਾਨਕ ਨੇ ਜਿਹੜੀ ਆਰਤੀ ਕੀਤੀ ਹੈ ਨਾ, ਉਸ ਆਰਤੀ ਦੀ ਵਿਆਖਿਆ ਜਿੱਥੇ ਉਸ ਆਰਤੀ ਦੀ ਵਿਆਖਿਆ ਹੋਣੀ ਆ ਉੱਥੇ ਉਹ ਆਰਤੀ ਹੁੰਦੀ ਹੈ। ਚੜਾਉਂਦੇ ਉਹ ਬਾਬੇ ਨੂੰ, ਇਹਨਾਂ ਦੇ ਤੇ ਪ੍ਰਬੰਧਕਾਂ ਨੂੰ ਤੇ ਹੱਸਦੇ ਨੇ, ਚਲੋ ਕੋਈ ਨਹੀਂ ਵੀ ਤੁਸੀਂ ਸਾਡੇ ਗੱਲ ਪਾਓ, ਤੇ ਉੱਥੇ ਬਾਬੇ ਨੂੰ ਕਹਿੰਦੇ ਆ ਵੇਖ ਬਾਬਾ ਜਿਹੜੀ ਤੂੰ ਆਰਤੀ ਕਹਿ ਕੇ ਗਿਆ ਸੀ ਉਹ ਤੇ ਕਾਗਜ਼ਾਂ 'ਚ ਆ, ਅਸੀਂ ਆਹ ਆਰਤੀ ਕਰਦੇ ਹਾਂ, ਤੈਨੂੰ ਕੀ ਪਤਾ ਕਿਹੜੀ ਆਰਤੀ ਹੈ? ਆਹ ਹੁੰਦੀ ਆਰਤੀ। ਜਿਹੜਾ ਤੁਸੀਂ ਉਹ ਅਟੈਚੀਆਂ ਤੇ ਗੱਲ ਜੇ ਦੁਬਾਰਾ ਲੈ ਆਈਏ ਨਾ, ਸਾਨੂੰ ਕੁਝ ਗੁਰਦੁਆਰਾ ਸਾਹਿਬਾਨਾਂ ਦੀ ਇਹ ਸ਼ਿਕਾਇਤ ਜਿਹੜੇ ਦੁਖੀ ਰਾਗੀ ਕੀਰਤਨੀਏ ਕਥਾਕਾਰ ਚਾਵਲਾ ਜੀ ਹਨ ਉਹ ਦੱਸਦੇ ਆ ਵੀ LMI ਦੇ ਨਾਂ ਤੇ ਪੈਸੇ ਭੁੱਟੇ ਜਾਂਦੇ ਆ ਜੀ ਕੁਝ ਗੁਰਦੁਆਰਿਆਂ 'ਚ। ਹਾਂਜੀ, ਗੁਰਦੁਆਰਿਆਂ 'ਚ ਵੀ ਫੇਰ ਨਾ ਜੀ ਵੀ ਆਉਣ ਵਾਲੇ ਪਰਦਾ ਫਾਸ਼ ਹੋ ਗਿਆ ਤੇ ਫੇਰ ਅਸੀਂ ਕਹਾਂਗੇ ਵੀ ਗੁਰਦੁਆਰਾ ਸਾਹਿਬ ਦਾ ਨਾਮ ਬਰਬਾਦ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਸੇ ਕਰਕੇ ਪ੍ਰਧਾਨ ਡੰਗ ਵਡਾਂਗੀ ਹੁੰਦੇ ਆ। ਹੁਣ ਲੱਗਾ ਮੈਨੂੰ ਪਤਾ। ਬਖਸ਼ੋ ਬਖਸ਼ੋ ਜੌਲ ਸਾਹਿਬ, ਬਖਸ਼ੋ। ਵਾਹਿਗੁਰੂ ਵਾਹਿਗੁਰੂ ਗੁਰੂ ਮਾਰੇ ਕਿਰਪਾ ਕਰਨ ਦੀ ਬਸ ਸਭ ਤੇ ਮੇਰ ਭਰਿਆ ਹੱਥ ਗੁਰੂ ਨਾਨਕ ਮਹਾਰਾਜ ਜਿਨ ਸੁਣਿਆ ਭੇਖਿਆ। ਵਾਓ, ਸਤਨਾਮ ਸ੍ਰੀ ਵਾਹਿਗੁਰੂ ਜੀ। ਚੜ੍ਹਦੀ ਕਲਾ, ਚੜ੍ਹਦੀ ਕਲਾ ਚ ਰਹੋ ਜੀ। ਲਓ ਜੀ, ਔਰ ਨਵਾਂ ਹੀ ਖੁਲਾਸਾ ਕਰ ਗਏ ਜੌਲ ਸਾਹਿਬ। ਹੁਣ ਤਾਂ ਮੈਂ ਸਾਰੀ ਦਿਹਾੜੀ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।